ਵਾਹਿਗੁਰੂ ਜੀ ਕੀ ਫਤਿਹ। ਮਸਤਕ ਲੱਗੇ ਸਾਧ ਰੇਨ ਵਡਭਾਗ ਜਿਨ੍ਹਾਂ ਦੇ। ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਮਿਲ ਕੇ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸੰਧਿਆ ਦੇ ਦੀਵਾਨਾਂ ਦੇ ਅੰਦਰ ਆਪ ਸਮੂਹ ਸਾਧ ਸੰਗਤ ਨੇ ਸਤਿਗੁਰੂ ਪਾਤਸ਼ਾਹ ਦਾ ਹੁਕਮ ਮੰਨ ਕੇ ਸੰਧਿਆ ਸਮੇਂ ਸੁਣੇ ਰਹਿਰਾਸ ਕੀਰਤਨ ਕਥਾ ਸੁਣੇ ਹਰ ਜਾਸ। ਇਨਮੇ ਨੇਮ ਜੋ ਏਕ ਕਰਾਏ ਸੋ ਸਿੱਖ ਅਮਰਾਪੁਰੀ ਮਹਿ ਜਾਏ। ਸੰਧਿਆ ਦੇ ਦੀਵਾਨਾਂ ਦੇ ਅੰਦਰ ਰਹਿਰਾਸ ਸਾਹਿਬ ਦੇ ਪਾਠ ਸਰਵਣ ਕੀਤੇ ਉਪਰੰਤ ਪਾਵਨ ਪਵਿੱਤਰ ਆਨੰਦ ਗੁਣੀ ਗਹੀਰਾ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਗੁਰੂ ਕੀ ਬਾਣੀ ਰਸ ਭਿੰਨੀ ਦੇ ਪਾਵਨ ਪਵਿੱਤਰ ਕੀਰਤਨ ਸਰਵਣ ਕੀਤੇ ਨੇ। ਆਓ ਹੁਣ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਕਿਸ ਤਰ੍ਹਾਂ ਗੁਰੂ ਘਰ ਦੇ ਅੰਦਰ ਪ੍ਰਵੇਸ਼ ਹੁੰਦਾ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਮੇਂ ਕਿਸ ਤਰ੍ਹਾਂ ਸਬਬ ਬਣਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਕੋਲ ਪਹੁੰਚਦੇ ਨੇ। ਉਹ ਪਾਵਨ ਪਵਿੱਤਰ ਕਥਾ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਪਹਿਲੀ ਰਾਸ ਦੇ ਅੰਦਰ ਕਥਾ ਲਿਖੀ ਹੈ। ਬੜੀ ਰਸਮਈ ਆਨੰਦਮਈ ਕਥਾ ਹੈ। ਬੇਸ਼ਰਤੇ ਉਹ ਕਥਾ ਨੂੰ ਸੁਣਦੇ ਹੋਏ ਵਾਹਿਗੁਰੂ ਗੁਰਮੰਤਰ ਨੂੰ ਹਿਰਦੇ ਵਿੱਚ ਜਪਦੇ ਰਹੀਏ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਹ ਜੋ ਪਾਵਨ ਪਵਿੱਤਰ ਕਥਾ ਹੈ ਨਾ ਕੇਵਲ ਉਹ ਸਰੀਰ ਨੂੰ ਪਵਿੱਤਰ ਕਰਦੀ ਹੈ, ਮਨ ਬੁੱਧੀ ਨੂੰ ਪਵਿੱਤਰ ਕਰਦੀ ਹੈ, ਪਰ ਉਹ ਅੰਤਿਸ਼ਕਰਨ ਦੀ ਸ਼ੁੱਧੀ ਦੇ ਨਾਲ ਨਾਲ ਜੀਵ ਨੂੰ ਸੱਚਖੰਡ ਵਿੱਚ ਵਾਸਾ ਵੀ ਦਿਵਾ ਦਿੰਦੀ ਹੈ। ਕਿਉਂਕਿ ਭੱਟਾਂ ਦੇ ਬਚਨ ਨੇ ਘਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੋ ਕਾਬ ਜਨ ਭਲਹ ਉਨੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੀ ਜਿਹੜੀ ਉਪਮਾ ਹੈ ਉਹ ਤੁਹਾਡਾ ਹੀ ਸਰੂਪ ਸਿੱਖ ਨੂੰ ਤੁਹਾਡੇ ਹੀ ਸਰੂਪ ਦੇ ਅੰਦਰ ਲੀਨ ਕਰ ਦਿੰਦੀ ਹੈ। ਤੁਹਾਡੀ ਉਪਮਾ ਤੁਸੀਂ ਕਥਨ ਕਰ ਸਕਦੇ ਹੋ ਗੁਰੂ ਅਮਰਦਾਸ ਜੀ। ਅਸੀਂ ਇੱਕ ਜੀਵ ਦੇ ਨਾਲ ਤੁਹਾਡੀ ਉਪਮਾ ਨਹੀਂ ਗਾ ਸਕਦੇ। ਕਿਸ ਤਰ੍ਹਾਂ ਸੱਚੇ ਪਾਤਸ਼ਾਹ ਤੁਸੀਂ ਭਾਰੀ ਘਾਲਣਾ ਘਾਲ ਕੇ ਗੁਰੂ ਘਰ ਦੇ ਅੰਦਰ 12 ਸਾਲ ਜੋ ਸੇਵਾ ਕੀਤੀ ਹੈ ਉਸ ਦਾ ਨਿਚੋੜ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਗੁਰਤਾ ਗੱਦੀ ਆਪ ਜੀ ਨੂੰ ਬਖਸ਼ਿਸ਼ ਹੋਈ। ਉਹ ਪਾਵਨ ਪਵਿੱਤਰ ਕਥਾ ਆਓ ਪ੍ਰੇਮ ਦੇ ਨਾਲ ਸਰਵਣ ਕਰੀਏ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰੂ ਪਾਤਸ਼ਾਹ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ 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 ਕਿਰਪਾਲੂ ਦਿਆਲੂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਧਰ ਕੇ ਸਾਰੀ ਸੰਗਤ ਆਖਣਾ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਛੰਦ ਸੰਗ ਬਾਲਕਨ ਖੇਲਹੀ ਨਿਤ ਗੁਰੂ ਕਿਰਪਾਲਾ। ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਵਿੱਚ ਨਿਵਾਸ ਕੀਤਾ ਹੈ। ਖਡੂਰ ਸਾਹਿਬ ਵਿੱਚ ਨਿਵਾਸ ਕਰਦਿਆਂ ਗੁਰੂ ਅੰਗਦ ਦੇਵ ਮਹਾਰਾਜ ਬਾਲਕਾਂ ਨੂੰ ਗੁਰਮੁਖੀ ਪੜ੍ਹਾਉਂਦੇ ਨੇ। ਖੇਡ ਖੇਡ ਦੇ ਅੰਦਰ ਹੀ ਪਾਤਸ਼ਾਹ ਮੱਲ ਅਖਾੜੇ ਵੀ ਲਵਾ ਦਿੰਦੇ ਨੇ। ਖੇਲ ਖੇਲ ਦੇ ਅੰਦਰ ਬੱਚਿਆਂ ਨੂੰ ਗੁਰਬਾਣੀ ਪੜ੍ਹਾ ਦਿੰਦੇ ਨੇ। ਬੜਾ ਆਨੰਦ ਤੇ ਪ੍ਰੇਮ ਦਾ ਮਾਹੌਲ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਬੱਝਿਆ ਹੈ। ਹਰਖ ਸ਼ੋਕ ਨਹਿ ਜਿਨਹੁ ਕੇ ਇਕ ਰਸ ਸਭ ਕਾਲਾ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਵਸਥਾ ਬ੍ਰਹਮ ਅਵਸਥਾ ਹੈ, ਬ੍ਰਹਮ ਗਿਆਨੀ ਦੀ ਅਵਸਥਾ ਹੈ, ਗੁਰੂ ਨਾਨਕ ਦੀ ਗੱਦੀ ਦੀ ਅਵਸਥਾ ਹੈ, ਜਿਹਦੇ ਅੰਦਰ ਹਰਖ ਤੇ ਸੋਗ ਖੁਸ਼ੀ ਤੇ ਗਮੀ ਨਹੀਂ।
ਹਰ ਖਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਸੱਚੇ ਪਾਤਸ਼ਾਹ ਮਹਾਰਾਜ ਹਰ ਖਸੋਗ ਤੋਂ ਪਰੇ ਨੇ। ਬਿਰਤੀਆਂ ਜਿਹੜੀਆਂ ਨੇ ਉਹ ਸਦਾ ਹੀ ਪ੍ਰੇਮ ਦੇ ਅੰਦਰ, ਗੁਰ ਸ਼ਬਦ ਦੇ ਅੰਦਰ ਲੀਨ ਨੇ। ਤਾਰਨ ਦੀਨ ਬੰਧ ਧਾਰਨ ਧਰਨ, ਸਿੱਖੀ ਬਿਦਤਾਏ। ਸੱਚੇ ਪਾਤਸ਼ਾਹ ਦੀਨਾ ਦਿਆਲੂ ਕਿਰਪਾਲੂ ਸਤਿਗੁਰੂ ਸਿੱਖੀ ਨੂੰ ਪ੍ਰਚਾਰ ਕਰਨ ਦੇ ਲਈ, ਜਿਸ ਤਰ੍ਹਾਂ ਮਹਾਰਾਜ ਜੀ ਨੇ ਗੁਰਬਾਣੀ ਦੇ ਪ੍ਰਵਾਹ ਚਲਾਏ ਨੇ, ਖਡੂਰ ਸਾਹਿਬ ਲੰਗਰ ਦੇ ਪ੍ਰਵਾਹ ਚਲਾਏ ਨੇ, ਗੁਰੂ ਅੰਗਦ ਦੇਵ ਮਹਾਰਾਜ ਸੇਵਾ ਦੇ ਪ੍ਰਵਾਹ ਚਲਾਏ ਨੇ, ਮਹਾਰਾਜ ਸਿੱਖਾਂ ਨੂੰ ਉਪਦੇਸ਼ ਵੀ ਦੇ ਰਹੇ ਨੇ। ਭਾਈ ਬਾਲੇ ਤੋਂ ਸਾਖੀਆਂ ਵੀ ਗੁਰੂ ਨਾਨਕ ਦੇਵ ਜੀ ਦੀ ਸੁਣ ਰਹੇ ਨੇ। ਬੜਾ ਹੀ ਆਨੰਦ ਬੱਜਾ ਹੈ ਖਡੂਰ ਸਾਹਿਬ ਦੀ ਧਰਤੀ ਤੇ। ਜੱਗੇ ਭਾਗ ਜਿਨ ਨਰਨ ਕੇ ਚਰਨੀ ਲਪਟਾਏ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਜੀ ਦੀ ਚਰਨੀ ਕੌਣ ਲਪਟਦੇ ਨੇ? ਜਿਨ੍ਹਾਂ ਦੇ ਵੱਡੇ ਭਾਗ ਨੇ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਨਾ, ਉਹ ਗੁਰੂ ਦੀ ਸੰਗਤ ਵਿੱਚ ਆ ਕੇ ਕਹਿੰਦੇ ਨੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਉਹ ਗੁਰੂ ਮਹਾਰਾਜ ਜੀ ਦੇ ਸ਼ਬਦ ਦੇ ਅੰਦਰ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਉਹ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਭੌਰੇ ਹੋ ਕੇ ਚਰਨ ਵਿੱਚ ਲਿਪਟ ਕੇ ਭਗਤੀ ਕਰਦੇ ਨੇ। ਕਰੋ ਨਿਰੂਪਨ ਅਬ ਕਥਾ ਭਲਿਆਨ ਕੁਲ ਟੀਕਾ। ਹੁਣ ਭਲਿਆਂ ਦੇ ਕੁਲ ਦੇ ਟੀਕੇ ਭਗਵਾਨ ਰਾਮ ਜੀ ਦੇ 4 ਭਰਾ ਹੋਏ ਨੇ। ਜਿਹੜੇ ਤੀਜੇ ਭਰਾ ਸੀ ਲਛਮਣ ਤੋਂ ਬਾਅਦ, ਉਹਨਾਂ ਦਾ ਨਾਮ ਭਰਤ ਸੀਗਾ। ਭਰਤ ਦੀ ਕੁਲ ਦੇ ਅੰਦਰੋਂ ਭਲਿਆਂ ਦੀ ਕੁਲ ਗਾਹਾਂ ਚੱਲੀ ਸੀ। ਉਸ ਕੁਲ ਦੇ ਅੰਦਰੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪ੍ਰਿਯ ਸ਼ਿਸ਼ ਬਾਬਾ ਅਮਰਦਾਸ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ। ਉਹਨਾਂ ਦੇ ਪਿਤਾ ਜੀ ਦਾ ਨਾਮ ਤੇਜਭਾਨ ਸੀ। ਬਾਸਰਕੇ ਨਗਰ ਦੇ ਰਹਿਣ ਵਾਲੇ ਭਲਿਆਂ ਦੇ ਕੁਲ ਦੇ ਟੀਕਾ ਧੰਨ 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 ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਹੁਣ ਉਹਨਾਂ ਦੀ ਕਥਾ ਅਸੀਂ ਤੁਹਾਨੂੰ ਸਰਵਣ ਕਰਾਉਂਦੇ ਹਾਂ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਆਪਣੀ ਪਾਵਨ ਪਵਿੱਤਰ ਕਲਮ ਨਾਲ ਲਿਖਦੇ ਨੇ। ਆਏ ਮਿਲੇ ਜਿਸ ਰੀਤ ਸੋ ਸੇਵਨ ਕੇ ਅਨੀਕਾ। ਕਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਗੁਰੂ ਘਰ ਦੇ ਅੰਦਰ ਪ੍ਰਵੇਸ਼ ਹੁੰਦੇ ਨੇ, ਉਹ ਸਾਰੀ ਕਥਾ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਇੱਕ ਬਾਸੁਰ ਕੇ ਗ੍ਰਾਮ ਹੈ ਤਹ ਬਸ ਹੈ ਨਿਕੇਤਨ। ਬਾਸਰਕੇ ਨਗਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਿੰਡ ਹੈ। ਇਹ ਪਾਵਨ ਪਵਿੱਤਰ ਨਗਰ ਬਾਸਰਕੇ, ਜਿੱਥੇ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਸੀ। ਤੇ ਜੋ ਛਤਰੀ ਭਾਗ ਬੜ ਨਿਸ ਦਿਨ ਪ੍ਰਭ ਚੇਤਨ। ਸੱਚੇ ਪਾਤਸ਼ਾਹ ਬਾਬਾ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਸੀਗਾ ਤੇਜਭਾਨ ਜੀ, ਤੇ ਭੱਲਿਆਂ ਦੀ ਕੁਲ ਦੇ ਅੰਦਰੋਂ ਉਹਨਾਂ ਦਾ ਜਨਮ ਹੋਇਆ ਹੈ। ਖੱਤਰੀ ਨੇ ਤੇ ਕਿਰਸਾਨੀ ਦਾ ਵੀ ਕੰਮ ਕਰਦੇ ਨੇ, ਕਿਰਸਾਨ ਨੇ ਬਾਬਾ ਅਮਰਦਾਸ ਜੀ। ਭਲੇ ਕਰਮ ਮਹਿ ਪ੍ਰੀਤ ਭਲੇ ਕਰਮ ਮਹਿ ਪ੍ਰੀਤ ਭਲਹ ਕਰਮ ਪ੍ਰੀਤ ਮਹਿ ਭਲੇ ਕਰਮ ਮਹਿ ਪ੍ਰੀਤ ਔਰ ਭਲਿਆਨ ਕੁਲ ਮਾਹੀ। ਭੱਲਿਆਂ ਦੀ ਕੁਲ ਦੇ ਅੰਦਰ ਜਦੋਂ ਅਸੀਂ ਭੱਲੇ ਬੋਲਣਾ ਹੈ, ਪਹਿਲਾ ਭਲੇ, ਉੱਥੇ ਅਦਕ ਨਹੀਂ ਪੜਨਾ। ਜਦੋਂ ਦੂਜਾ ਕੁਲ ਦੇ ਲਈ ਬੋਲਣਾ ਤਦ ਭਾਰਾ ਕਰਕੇ ਭੱਲੇ ਕੁਲ ਬੋਲ ਦੇਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਭਲੀ ਕੁਲ ਹੈ ਭੱਲਿਆਂ ਦੀ, ਜਿਨ੍ਹਾਂ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਅਵਤਾਰ ਧਾਰਿਆ ਹੈ। ਤੀਜ ਜੇ ਧਰਮ ਵਿਸ਼ਾਲ ਜਿਹੇ ਅਬ ਗੁਣ ਚਿਤ ਨਾਹੀ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜੇ ਗੁਣਾਂ ਦਾ ਕੋਈ ਅੰਤ ਨਹੀਂ ਲੈ ਸਕਦਾ। ਗੁਰੂ ਅਮਰਦਾਸ ਜੀ ਜਿੱਥੇ ਪਹਿਲਾਂ ਬਾਅਦ ਚੋਂ ਗੁਰਤਾ ਗੱਦੀ ਤੇ ਬੈਠਣ ਤੇ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਰਹੇ, ਪਰ ਖਾਲਸਾ ਜੀ ਜਿਹੜੇ ਪਹਿਲਾਂ ਅਵਤਾਰ ਹੁੰਦੇ ਨੇ ਨਾ, ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੇ ਆ ਕੇ ਨਿਵਾਸ ਕਰਨਾ ਹੁੰਦਾ ਹੈ, ਉਹਨਾਂ ਦਾ ਜਿਹੜਾ ਸਰੀਰ ਹੁੰਦਾ ਉਹ ਸਾਡੀ ਤਰ੍ਹਾਂ ਨਹੀਂ ਘੜਿਆ ਜਾਂਦਾ। ਉਹਨਾਂ ਦੇ ਸਰੀਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਜਣੀ ਹੁੰਦੀ ਹੈ। ਉਹਨਾਂ ਦੇ ਸਰੀਰ ਦੇ ਅੰਦਰ ਦੈਵੀ ਪ੍ਰਕਾਸ਼ ਹੁੰਦਾ ਹੈ। ਗੁਰੂ ਅਮਰਦਾਸ ਮਹਾਰਾਜ ਕਦੇ ਝੂਠ ਨਹੀਂ ਬੋਲਦੇ। ਆਹਾ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਿਸੇ ਨਾਲ ਠੱਗੀ ਨਹੀਂ ਕਰਦੇ। ਹਜੇ ਗੁਰਤਾ ਗੱਦੀ ਨਹੀਂ ਮਿਲੀ, ਪਰ ਜੀਵਨ ਬੜਾ ਹੀ ਪਵਿੱਤਰ ਹੈ ਖਾਲਸਾ ਜੀ। ਗੁਰੂ ਅਮਰਦਾਸ ਮਹਾਰਾਜ ਕਿਸੇ ਦਾ ਬੁਰਾ ਨਹੀਂ ਕਰਦੇ, ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦੇ ਨੇ। ਆਪਣੇ ਪਿਤਾ ਜੀ ਤੇਜਭਾਨ ਜੀ, ਜਿਸ ਤਰ੍ਹਾਂ ਦੇ ਗੁਣ ਉਹਨਾਂ ਦੇ ਅੰਦਰ ਸੀ, ਉਹੀ ਗੁਣ ਗੁਰੂ ਅਮਰਦਾਸ ਜੀ ਮਹਾਰਾਜ ਵਿੱਚ ਸਨ। ਕਿਉਂ ਨਾ ਹੋਣ?
ਅਕਾਲ ਪੁਰਖ ਵਾਹਿਗੁਰੂ ਦੀ ਤੀਜੀ ਜੋਤ ਉਹਨਾਂ ਵਿੱਚ ਟਿਕਣੀ ਹੈ। ਤਿਨ ਕੇ ਸੁਤ ਉਤਪਤ ਪਏ ਸ੍ਰੀ ਅਮਰ ਬਡੇਰੋ। ਗੁਰੂ ਅਮਰਦਾਸ ਜੀ ਦੇ 3 ਭਰਾ ਹੋਰ ਸਨ, 4 ਪੁੱਤਰ ਸਨ। ਬਾਬਾ ਤੇਜਭਾਨ ਜੀ ਦੇ ਸਭ ਤੋਂ ਵੱਡੇ ਧੰਨ ਧੰਨ ਬਾਬਾ ਅਮਰਦਾਸ ਜੀ ਸਨ। ਅਪਰ ਪਏ ਪੁਨ ਤੀਨ ਸੁਤ ਹਰ ਖਤ ਪਾਹੇਰੇ। ਆਹਾ 3 ਪੁੱਤਰ ਹੋਰ ਹੋਏ ਭੱਲਿਆਂ ਦੀ ਕੁਲ ਦੇ ਅੰਦਰ। ਖੇਤੀ ਕ੍ਰਿਤ ਕੋ ਸੁਤ ਕਰ ਹੈ ਤੇ ਜੋ ਸੁਖ ਪਾਵੈ। ਧੰਨ ਧੰਨ ਬਾਬਾ ਤੇਜਭਾਨ ਜੀ, ਧੰਨ ਧੰਨ ਬਾਬਾ ਅਮਰਦਾਸ ਜੀ। ਉਹ ਖੇਤੀ ਦੀ ਕਿਰਤ ਕਰਦੇ ਨੇ, ਕਿਰਸਾਨੀ ਦੀ ਕਿਰਤ ਕਰਦੇ ਨੇ। ਖਾਲਸਾ ਜੀ, ਬੜੀ ਪਵਿੱਤਰ ਖੇਤੀ ਹੈ, ਉੱਤਮ ਖੇਤੀ, ਮੱਧਮ ਵਪਾਰ, ਨੀਚ ਨੌਕਰੀ। ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਬਈ ਜਿਹੜੇ ਖੇਤੀ ਹੁੰਦੀ ਆ ਉਹ ਸਭ ਤੋਂ ਉੱਤਮ ਹੁੰਦੀ ਹੈ। ਕਿਉਂ ਖੇਤੀ ਨੂੰ ਉੱਤਮ ਕਿਹਾ ਗਿਆ ਹੈ? ਕਿਉਂਕਿ ਜਿਹੜਾ ਕਿਸਾਨ ਹੈ ਉਹ ਅਨਾਜ ਆਪਣੀ ਮਿਹਨਤ ਨਾਲ ਬੀਜ ਕੇ ਅੰਮ੍ਰਿਤ ਵੇਲੇ ਤੋਂ ਉੱਠ ਕੇ, ਅੰਮ੍ਰਿਤ ਵੇਲੇ ਤੋਂ ਲੈ ਕੇ ਤਕਰੀਬਨ ਸੂਰਜ ਦੀ ਟਿੱਕੀ ਜਦੋਂ 12 ਵਜੇ ਦੁਪਹਿਰ ਤੱਕ ਮਿਹਨਤ ਕਰਦਾ। ਜਦੋਂ ਦਾਸ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਖਾਲਸਾ ਰਕਬੇ ਵਾਲੇ ਮਹਾਂਪੁਰਖਾਂ ਕੋਲ ਵਿੱਦਿਆ ਦੀ ਦਾਤ ਪੜ੍ਹਨ ਦੀ ਕੋਸ਼ਿਸ਼ ਕੀਤੀ, ਤਦੋਂ ਉੱਥੋਂ ਖਾਲਸਾ ਜੀ ਅਸੀਂ ਮਿਹਨਤ ਦੇਖੀ ਕਿਰਸਾਨੀ ਦੀ, ਕਿਉਂਕਿ ਸ਼ਹਿਰਾਂ 'ਚ ਜੀਵਨ ਦੇ ਅੰਦਰ ਖੇਤੀ ਨਹੀਂ ਦੇਖਣ ਨੂੰ ਮਿਲੀ। ਬਾਬਾ ਜੀ ਹੋਰਾਂ ਦੇ ਅਸਥਾਨ ਦੇ ਉੱਤੇ ਦੇਖਿਆ ਕਿ ਉੱਥੇ ਜਦੋਂ ਲੰਬਾ ਚਿਰ ਰਹੇ ਤਦੋਂ ਦੇਖਿਆ ਵੀ ਕਿਸਾਨ ਕਿੰਨੀ ਮਿਹਨਤ ਕਰਦਾ, ਤੇ ਉਹਨਾਂ ਨੂੰ ਸਾਡੇ ਬਜ਼ੁਰਗ ਕਿਉਂ ਉੱਤਮ ਕਹਿੰਦੇ ਸਨ। ਅੱਜ ਜਦੋਂ ਕਿਸਾਨ ਬਾਰਡਰਾਂ ਤੇ ਡਟੇ ਤਦੋਂ ਸਮਝ ਆਈ ਕਿ ਉਹਨਾਂ ਦੇ ਅੰਦਰ ਕਿੰਨੀ ਹਿੰਮਤ ਹੈ। 1 ਸਾਲ ਗਰਮੀ ਸਰਦੀ ਸਹਾਰ ਕੇ ਵੀ ਉਹਨਾਂ ਦਾ ਬਲ ਨਹੀਂ ਤੋੜ ਸਕੀ। ਸੋ ਖਾਲਸਾ ਜੀ, ਉਹ ਕਿਰਸਾਨੀ ਦੀ ਦਾਤ ਗੁਰੂ ਨਾਨਕ ਦੇਵ ਮਹਾਰਾਜ ਨੇ ਖਾਲਸੇ ਨੂੰ ਬਖਸ਼ੀ ਸੀ। ਉਹੀ ਕਿਰਸਾਨੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਕੀਤੀ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੀ ਕਿਰਸਾਨੀ ਦੀ ਕਿਰਤ ਕਰਦੇ ਰਹੇ। ਬੈਠ ਰਹੇ ਸਿਮਰਹਿ ਪ੍ਰਭੂ ਭਗਤੀ ਚਿਤ ਲਾਵੈ। ਸੱਚੇ ਪਾਤਸ਼ਾਹ ਮਹਾਰਾਜ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਬੜੇ ਚਿੱਤ ਲਾਣ ਦੇ ਨਾਲ ਜਿਹੜੀ ਕਿਰਤ ਕਰਦੇ ਨੇ, ਨਾਲ ਨਾਮ ਵੀ ਜਪਦੇ ਨੇ। ਵਿਆਹ ਕਰੇ ਸਭ ਸੁਤਨ ਕੇ ਪਿਖ ਸਹਿਤ ਸੁਨੁਖਾ। ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਨੂੰਹਾਂ ਵੀ ਆਈਆਂ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦਾ ਪਰਿਵਾਰ ਬਹੁਤ ਵੱਡਾ ਹੈ। ਔਰ ਮਹਿ ਅਧਿਕ ਪ੍ਰਮੋਦ ਹੀ ਬੜ ਭਾਗ ਅਦੁਖਾ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ ਹੀਆ ਹੈ ਉਹ ਹਮੇਸ਼ਾ ਖੁਸ਼ ਰਹਿੰਦਾ ਹੈ, ਸਤ ਚਿਤ ਆਨੰਦ ਪ੍ਰੇਮ ਦੇ ਅੰਦਰ ਰਹਿੰਦਾ ਹੈ। ਆਪੋ ਆਪਣੇ ਕਾਜ ਮਹਿ ਚਾਰਹੁ ਸੁਤ ਲਾਗੇ। ਚਾਰੇ ਹੀ ਪੁੱਤਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਉਹਨਾਂ ਦੇ 3 ਭਰਾ ਆਪਣੇ ਆਪਣੇ ਪਰਿਵਾਰਾਂ ਦੇ ਅੰਦਰ ਬੜੀ ਚੰਗੀ ਕਿਰਤ ਕਰਦੇ ਸਨ। ਵੈਲ ਸੈਟਲਡ, ਜਿਸ ਤਰ੍ਹਾਂ ਅਸੀਂ ਕਹਿ ਲਈਏ ਫੈਮਿਲੀ ਸੀ ਪਾਤਸ਼ਾਹ ਦੀ। ਗੁਰੂ ਅਮਰਦਾਸ ਮਹਾਰਾਜ ਜੀ ਦੇ 3 ਭਰਾ ਤੇ ਗੁਰੂ ਅਮਰਦਾਸ ਮਹਾਰਾਜ ਸਭ ਦੇ ਕੋਲ 5-7 ਕਿੱਲੇ ਜ਼ਮੀਨ ਆਉਂਦੀ ਸੀ, ਉਹ ਵਾਹੁੰਦੇ ਸੀ, ਉਸ ਦੇ ਨਾਲ ਗੁਜ਼ਾਰਾ ਕਰਦੇ ਸੀ। ਬੀਤ ਗਇਓ ਚਿਰ ਕਾਲ ਹੀ ਪੌਤਰੇ ਪਿਖ ਆਗੇ। ਗੁਰੂ ਅਮਰਦਾਸ ਮਹਾਰਾਜ ਜੀ ਦੀ ਬੜੀ ਲੰਬੀ ਉਮਰ ਹੋਈ। ਸੱਚੇ ਪਾਤਸ਼ਾਹ 70-72 ਸਾਲ ਦੇ ਪੋਤਰੇ ਪੜਪੋਤਰਿਆਂ ਵਾਲੇ ਹੋ ਗਏ ਮਹਾਰਾਜ ਜੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘਰ ਦੇ ਅੰਦਰ ਬਹੁਤ ਸੁੱਖ ਦੇਖੇ। ਅਮਰਦਾਸ ਨਿਜ ਬਾਸ ਮਹਿ ਚਿਰਕਾਲ ਬਿਤਾਵਾ। ਬਾਬਾ ਅਮਰਦਾਸ ਜੀ ਬਹੁਤ ਚਿਰੰਕਾਲ, ਤਕਰੀਬਨ 70-72 ਸਾਲ ਉਹ ਘਰ ਦੇ ਅੰਦਰ ਕਿਰਤ ਕਰਦੇ ਤੇ ਤੀਰਥਾਂ ਤੇ ਯਾਤਰਾ ਕਰਦੇ। ਸ਼੍ਰੀ ਗੰਗਾ ਜੀ ਦੇ ਇਸ਼ਨਾਨ ਦੇ ਲਈ ਹਰਿਦੁਆਰ ਵੀ ਜਾਂਦੇ ਨੇ। ਇੱਕ ਦਿਨ ਹਿਰਦੈ ਵਿਚਾਰਿਓ ਹੋਏ ਬੈਸ ਬਿਹਾਵਾ। ਉਹਨਾਂ ਨੇ ਹਿਰਦੇ ਦੇ ਅੰਦਰ ਵਿਚਾਰ ਕੀਤੀ ਕਿ ਹੁਣ ਉਮਰ ਬਹੁਤ ਵਡੇਰੀ ਹੋ ਗਈ ਹੈ, ਕਿ ਹੁਣ ਇਸ ਉਮਰ ਦੇ ਅੰਦਰ ਆਪਣੀ ਕਿਰਤ ਨੂੰ ਘਟਾਇਆ ਜਾਏ, ਕਿਰਤ ਦੇ ਕਾਜ ਨੂੰ, ਪਰਮੇਸ਼ਵਰ ਵੱਲ ਆਪਣਾ ਭਜਨ ਵਧਾਇਆ ਜਾਏ। ਵੈਸੇ ਤਾਂ ਖਾਲਸਾ ਜੀ, ਪਰਮੇਸ਼ਵਰ ਨੂੰ ਧਿਆਉਣ ਦੀ ਕੋਈ ਉਮਰ ਨਹੀਂ ਹੁੰਦੀ। ਜਦੋਂ ਹੀ ਗੁਰੂ ਘਰ ਦੇ ਅੰਦਰ ਕੋਈ ਆ ਜਾਵੇ, ਜਦੋਂ ਜਾਗੇ ਤਦੇ ਸਵੇਰਾ। ਪਰ ਜੇ ਵਿਸ਼ੇਸ਼ ਕਰਕੇ ਕਿਸੇ ਨੂੰ ਗੁਰੂ ਸਾਹਿਬ ਮਹਾਰਾਜ ਦਾ ਹੁਕਮ ਹੈ ਤੇ ਮਹਾਰਾਜ ਨੇ ਕਿਹਾ ਬਾਲ ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਮਾਨ, 3 ਅਵਸਥਾ ਦੇ ਅੰਦਰ ਤੂੰ ਵਾਹਿਗੁਰੂ ਦੇ ਸ਼ਬਦ ਨੂੰ ਧਿਆ ਸਕਦਾ ਹੈ, ਸੰਗਤ ਕਰ ਸਕਦਾ ਹੈ, ਨਾਮ ਜਪ ਸਕਦਾ, ਤੈਨੂੰ ਕੋਈ ਰੋਕ ਟੋਕ ਨਹੀਂ ਹੈ। ਪਰ ਬੁਢੇਪੇ ਦੇ ਅੰਦਰ ਤਾਂ ਅਖੀਰਲਾ ਮੌਕਾ ਹੈ, ਉਸ ਤੋਂ ਬਾਅਦ ਤਾਂ ਮੌਤ ਹੈ।
ਜੇ ਸਰੀਰ ਨੇ ਖਤਮ ਹੋ ਜਾਣਾ ਹੈ, ਤੂੰ ਹੁਣ ਭਜਨ ਬੰਦਗੀ ਵੱਲ ਧਿਆਨ ਦੇ। ਬਾਬਾ ਅਮਰਦਾਸ ਜੀ ਸੋਚਿਆ, ਹੁਣ ਸਰੀਰ ਜਿਹੜਾ ਹੈ ਉਹ ਬਿਰਧ ਹੋ ਰਿਹਾ, ਉਮਰ ਘਟ ਰਹੀ ਹੈ, ਛੀਨ ਹੋ ਰਿਹਾ ਸਰੀਰ, ਕਿਉਂ ਨਾ ਭਜਨ ਬੰਦਗੀ ਵੱਲ ਹੀ ਸਾਰਾ ਸਮਾਂ ਦਈਏ। ਦੋਹਰਾ ਕਰਤ ਬਨਜ ਫੇਰੋ ਫਿਰ ਹੈ। ਸੱਚੇ ਪਾਤਸ਼ਾਹ ਮਹਾਰਾਜ ਬਾਬਾ ਅਮਰਦਾਸ ਜੀ ਬਣਜ ਕਰਦੇ ਨੇ। ਬਣਜ ਕਿਸ ਕਰਦੇ ਨੇ ਕਿ ਹੁਣ ਸੋਚਦੇ ਨੇ ਬਈ ਜਿਹੜਾ ਵਪਾਰ ਹੈ, ਜਿਹੜੀ ਖੇਤੀ ਹੈ, ਉਸ ਨੂੰ ਘਟਾ ਕੇ ਹੁਣ ਪ੍ਰਭੂ ਦੇ ਨਾਮ ਵੱਲ ਹੀ ਹੋ ਜਾਈਏ। ਕਿਉਂਕਿ ਗੰਗਾ ਇਸ਼ਨਾਨ ਗੁਰਤਾ ਗੱਦੀ ਤੋਂ ਪਹਿਲਾਂ 21 ਵਾਰੀ ਕੀਤਾ ਸੀਗਾ। 6 ਮਹੀਨੇ ਜਿਹੜੇ ਸੀਗੇ, 6 ਮਹੀਨੇ ਸਾਲ ਦੇ ਅੰਦਰ ਉਹ ਗੰਗਾ ਇਸ਼ਨਾਨ ਯਾਤਰਾ ਲਈ ਜਾਣਾ, 6 ਮਹੀਨੇ ਆ ਕੇ ਪਿੱਛੋਂ ਭਜਨ ਬੰਦਗੀ ਕਰਨੀ, ਇਹ ਉਹਨਾਂ ਦਾ ਨੇਮ ਸੀਗਾ ਹਰਿਦੁਆਰ ਜਾ ਕੇ। ਤੇ ਹੁਣ ਸੋਚਦੇ ਨੇ ਕਿਉਂ ਨਾ ਉਸ ਨੇਮ ਨੂੰ ਵਧਾਇਆ ਜਾਏ। ਧਰਮ ਸਹਿਤ ਕ੍ਰਿਤ ਠਾਨ। ਕਿੱਥੇ ਧਰਮ ਦੀ ਕਿਰਤ ਕਰਦੇ ਨੇ, ਨਾਮ ਜਪਦੇ ਨੇ। ਹੋਏ ਅਦੋਸ ਜਿਮ ਜੀਵ ਕਾ ਨਿਰਬਾਹਤ ਗੁਜ਼ਰਾਨ। ਸੱਚੇ ਪਾਤਸ਼ਾਹ ਬਾਬਾ ਅਮਰਦਾਸ ਜੀ ਜਿਸ ਤਰ੍ਹਾਂ ਜੀਵਕਾ ਚੱਲ ਰਹੀ ਸੀਗੀ ਖੇਤੀ ਦੀ, ਉਹ ਬੜੀ ਵਧੀਆ ਸੀਗੀ। ਉਸ ਦੇ ਅੰਦਰ ਦੇਖ ਲਿਆ ਅੱਗੋਂ ਪੁੱਤਰਾਂ ਨੇ ਕੰਮ ਸੰਭਾਲ ਲਿਆ। ਬਾਬਾ ਅਮਰਦਾਸ ਜੀ ਹੁਣ ਭਜਨ ਵੱਲ ਹੋਣ ਨੂੰ ਇੱਛਾ ਰੱਖੀ। ਨਿਸ਼ਾਨੀ ਛੰਦ ਕਰਹਿ ਅਬ ਹੈ ਸ਼ੁਭ ਕਰਮ ਕੋ ਸੁਖ ਹੋਏ ਪਰਲੋਕੰ। ਕਹਿੰਦੇ ਹੁਣ ਹੋਰ ਸ਼ੁਭ ਕਰਮ ਕਰੀਏ ਤਾਂ ਕਿ ਪਰਲੋਕ ਦੇ ਅੰਦਰ ਸੁਖ ਦੀ ਪ੍ਰਾਪਤੀ ਹੋਵੇ। ਨਾਹਿਤ ਰਾਗ ਰੁਦਵੈਸ਼ ਮਹਿ ਲਹਿ ਹਰਖ ਰਸੋਕੰ। ਧੰਨ ਬਾਬਾ ਅਮਰਦਾਸ ਜੀ ਗੁਰਤਾ ਗੱਦੀ ਤੇ ਬੈਠਣ ਤੋਂ ਪਹਿਲਾਂ ਹੀ ਨਾ ਹਰਖ ਹੈ, ਨਾ ਸ਼ੋਕ ਹੈ, ਨਾ ਰਾਗ ਹੈ, ਨਾ ਦੁਐਸ਼ ਹੈ। ਰਾਗ ਕਹਿੰਦੇ ਨੇ ਮੋਹ ਨੂੰ, ਦੁਐਸ਼ ਕਹਿੰਦੇ ਨੇ ਕਿਸੇ ਨਾਲ ਨਫ਼ਰਤ ਹੋਣੀ। ਨਾ ਹਰਖ ਹੈ, ਨਾ ਖੁਸ਼ੀ ਹੈ, ਨਾ ਗਮੀ ਹੈ, ਸਮਾਨ ਬਿਰਤੀ ਹੈ। ਬੜੀ ਅੱਛੀ ਅਵਸਥਾ ਹੈ ਮਨ ਦੀ, ਅੰਤਿਸ਼ਕਰਨ ਸ਼ੁੱਧ ਹੈ। ਦਇਦ ਮਾਮਾ ਆਨ ਜਮ ਕਛ ਹੈ ਨ ਉਪਾਈ। ਕਹਿੰਦੇ ਬਈ ਹੁਣ ਜਦੋਂ ਅਖੀਰਲਾ ਸਮਾਂ ਆਣਾ ਹੈ, ਤਦੋਂ ਜਮਾ ਨੇ ਇਸ ਸਥੂਲ ਸਰੀਰ ਨੂੰ ਤਾਂ ਇੱਥੇ ਹੀ ਸਾੜ ਦੇਣਾ, ਸੂਖਸ਼ਮ ਸਰੀਰ ਨੂੰ ਜਮਾ ਨੇ ਲੈ ਜਾਣਾ। ਉਸ ਜਮਾ ਤੋਂ ਬਚਣ ਲਈ ਕਿਉਂ ਨਾ ਭਜਨ ਬੰਦਗੀ ਕਰੀਏ। ਪਛਤਾਵਹਿ ਨਿਜ ਸਿਰ ਧੁਨ ਹੈ ਬਯਬਾਦ ਬਿਤਾਈ। ਕਹਿੰਦੇ ਹੁਣ ਬਾਬਾ ਅਮਰਦਾਸ ਜੀ ਬੜੇ ਧਰਮੀ ਸਨ। ਅਕਸਰ ਧਰਮੀ ਬੰਦਿਆਂ ਨੂੰ ਹੀ ਵਿਰਾਗ ਹੁੰਦਾ, ਵਿਰਾਗ ਵੱਧਦਾ ਵੱਧਦਾ ਤੀਵਰ ਵਿਰਾਗ ਹੋ ਜਾਂਦਾ। ਉਹ ਪ੍ਰਤੱਖ ਵਿਰਾਗ ਜਿਹੜਾ ਹੁੰਦਾ ਉਹ ਭਗਤੀ ਵੱਲ ਤੀਵਰ ਕਰਕੇ ਪ੍ਰੇਮ ਦੇ ਅੰਦਰ ਸਿਦਕ ਦੀ ਭਰੋਸਾ ਭਗਤੀ ਬਖਸ਼ਿਸ਼ ਕਰਕੇ ਮੁਕਤੀ ਵੱਲ ਲੈ ਜਾਂਦਾ। ਮਨ ਦਾ ਵਿਰਾਗ ਕਹਿੰਦਾ ਹੈ ਵੀ ਸਿਰ ਧੁੰਦੇ ਨੇ, ਸਿਰ ਤੇ ਹੱਥ ਮਾਰਦੇ ਨੇ ਵੀ ਸਾਰੀ ਉਮਰ ਕਿਰਤਾਂ ਦੇ ਅੰਦਰ ਹੀ ਸਮਾਂ ਬਤੀਤ ਕਰ ਦਿੱਤਾ, ਭਜਨ ਬੰਦਗੀ ਨਹੀਂ ਕੀਤੀ। ਜਦ ਕਿ ਸਾਰੀ ਉਮਰ ਭਜਨ ਬੰਦਗੀ ਕੀਤੀ, ਪਰ ਮਨ ਦੇ ਅੰਦਰ ਹਜੇ ਤ੍ਰਿਪਤੀ ਨਹੀਂ ਹੋ ਰਹੀ ਭਜਨ ਤੋਂ। ਤੀਰਥ ਕਾ ਤਪਸਾ ਕਰ ਹੈ ਅਬ ਸਮੋ ਹਮਾਰਾ। ਕਹਿੰਦੇ ਸਾਡਾ ਮਨ ਹੈ ਹੁਣ ਅਸੀਂ ਤੀਰਥਾਂ ਦੇ ਉੱਤੇ ਜਾ ਕੇ ਤਪ ਕਰੀਏ। ਤਰੁਣ ਅਵਸਥਾ ਇਹ ਬਨ ਹੈ ਬ੍ਰਿਧ ਤਨ ਬਲਿਹਾਰਾ। ਹਜੇ ਤੇ ਕਹਿੰਦੇ ਫੇਰ ਸਰੀਰ 'ਚ ਬਲ ਹੈ, ਫੇਰ ਜਦੋਂ ਬਹੁਤ ਜ਼ਿਆਦਾ ਬਿਰਧ ਹੋ ਗਏ ਤਦ ਨਹੀਂ ਜਾ ਹੋਣਾ। ਕਿਉਂ ਨਾ ਤੀਰਥਾਂ ਦੇ ਉੱਤੇ ਜਾ ਕੇ, ਤੀਰਥਾਂ ਤੇ ਜਾ ਕੇ ਤਪ ਕਰੀਏ। ਇਤਿਆਦਿਕ ਤਰਕਤ ਹਿਰਦੈ ਪੁਨ ਨਿਸ਼ਚੈ ਕੀਨਾ। ਕਹਿੰਦੇ ਹਿਰਦੇ ਦੇ ਅੰਦਰ ਬਹੁਤ ਜ਼ਿਆਦਾ ਤਰਕ ਹੋ ਗਈ ਬਈ ਕਿਉਂ ਨਹੀਂ ਭਜਨ ਬੰਦਗੀ ਕਰਦਾ ਮਨਾ, ਤੂੰ ਇੰਨੀ ਬਿਰਧ ਉਮਰ ਹੋ ਗਈ ਹੈ, ਕਿਉਂ ਨਹੀਂ ਆਪਣੇ ਮਨ ਨੂੰ ਗੁਰ ਸ਼ਬਦ ਵੱਲ ਹੋੜਦੇ। ਸੇਵਨ ਗੰਗਾ ਕੋ ਕਰ ਹੈ ਕਲ ਮਹਿ ਅਗਛੀਨਾ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਅਮਰਦਾਸ ਜੀ ਕਹਿੰਦੇ ਹੁਣ ਮੈਂ ਮਾਤਾ ਗੰਗਾ ਜੀ ਦੀ, ਉਹਨਾਂ ਦੀ ਸੇਵਾ ਕਰਨ ਦੇ ਲਈ ਹਰਿਦੁਆਰ ਜਾਵਾਂਗਾ। ਖਸ਼ਟ ਮਾਸ ਕੋ ਪ੍ਰਣ ਕਰਿਓ ਬਾਹਨ ਬਿਨ ਚਾਲੇ। 6 ਮਹੀਨੇ ਗੰਗਾ ਦੇ ਉੱਥੇ ਹੀ ਤੀਰਥ ਤੇ ਤਪ ਕਰਾਂਗਾ। ਖਾਲਸਾ ਜੀ ਗੁਰੂ ਘਰ ਦੇ ਅੰਦਰ ਜੁੜਨ ਦੀ ਜਿਹੜੀ ਪਹਿਲੀ ਅਵਸਥਾ ਹੁੰਦੀ ਹੈ ਉਹ ਕਰਮਕਾਂਡ ਹੀ ਹੁੰਦੀ ਹੈ। ਅਸੀਂ ਗੁਰਦੁਆਰੇ ਆਉਂਦੇ ਹਾਂ, ਚਾਦਰਾਂ ਝਾੜਦੇ ਹਾਂ, ਬੂਟੇ ਲਾਉਂਦੇ ਹਾਂ, ਕੋਈ ਨਾ ਕੋਈ ਸੇਵਾ, ਕੋਈ ਰੁਮਾਲਿਆਂ ਦੀ ਕਰਦਾ, ਕੋਈ ਲੰਗਰ ਦੀ ਕਰਦਾ। ਧੀਰੇ ਧੀਰੇ ਇੱਥੇ ਬੈਠ ਕੇ ਸੰਗਤ ਕੁਝ ਸੁਣਨ ਲੱਗ ਜਾਂਦਾ। ਸੁਣਨ ਦੇ ਨਾਲ ਨਾਲ ਮਨ ਸ਼ਬਦ ਜੁੜਦਾ, ਧੀਰੇ ਧੀਰੇ ਕੇਸ ਰੱਖਣ ਦਾ ਮਨ ਬਣਦਾ। ਕੇਸ ਰੱਖਣ ਤੋਂ ਗਾਹਾਂ ਫਿਰ ਹੋਰ ਸਿੱਖੀ ਵੱਧਦੀ ਹੈ। ਗੁਰੂ ਪਾਤਸ਼ਾਹ ਬਾਣੀ ਪੜ੍ਹਾਉਂਦੇ ਨੇ, ਹੋਰ ਸੰਗਤ ਕਰਦਾ ਪਾਤਸ਼ਾਹ। ਅੰਮ੍ਰਿਤ ਵੇਲੇ ਦੀ ਦਾਤ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦਿੰਦੇ ਨੇ। ਬਾਬਾ ਅਮਰਦਾਸ ਜੀ ਦੇ ਉੱਤੇ ਵੀ ਗੁਰੂ ਦੀ ਕਿਰਪਾ ਹੋਈ। ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਸਦਕਾ ਉਹਨਾਂ ਦੇ ਮਨ ਦੇ ਅੰਦਰ ਆਈ ਕਿ ਗੰਗਾ ਇਸ਼ਨਾਨ ਨੂੰ ਜਾਈਏ। ਗੰਗਾ ਇਸ਼ਨਾਨ ਦੇ ਲਈ ਉੱਥੇ ਜਾ ਕੇ ਤਪ ਕਰੀਏ। ਹਰਿਦੁਆਰ ਦੀ ਧਰਤੀ ਤੇ ਬਾਸਰਕੇ ਰਹਿੰਦੇ ਸਨ।
ਬਾਸਰਕੇ ਤੋਂ ਹਰੀਦਵਾਰ ਤਕਰੀਬਨ 400 ਕਿਲੋਮੀਟਰ ਬਣ ਜਾਂਦਾ। ਤੇ ਜੇ ਤੁਰ ਕੇ ਜਾਈਏ ਤਾਂ 1 ਮਹੀਨੇ ਦਾ ਸਮਾਂ ਵੀ ਕਹਿ ਲਓ ਵੀ ਜੇ ਪੜਾਅ ਕਰ ਕਰਕੇ ਜਾਣਾ ਤਾਂ ਲੱਗ ਜਾਂਦਾ। ਬਾਬਾ ਅਮਰਦਾਸ ਜੀ ਹਰੀਦਵਾਰ ਗੰਗਾ ਇਸ਼ਨਾਨ ਦੇ ਲਈ ਤੁਰ ਜਾਣ ਦਾ, ਤਪੱਸਿਆ ਕਰਨ ਦਾ ਮਨ ਬਣਾਇਆ। ਸੁਰ ਸਰ ਨੀਰ ਇਸ਼ਨਾਨ ਹੀ ਤਰ ਹਰਖ ਬਿਸਾਲੇ। ਕਹਿੰਦੇ ਉੱਥੇ ਜਾ ਕੇ ਗੰਗਾ ਦੇ ਤੀਰਥ ਤੇ ਇਸ਼ਨਾਨ ਕਰਾਂਗੇ ਤੇ ਖੁਸ਼ ਹੋਵਾਂਗੇ, ਮਨ ਨੂੰ ਖੁਸ਼ੀ ਹੋਵੇਗੀ ਤਪੱਸਿਆ ਕਰਕੇ। ਹਿਰਦੇ ਕਾਮਨਾ ਹੀਨ ਹੋਏ ਪੂਜਹਿ ਥਿਤ ਤੀਰਾ। ਕਹਿੰਦੇ ਹਿਰਦੇ ਦੇ ਅੰਦਰ ਜਿਹੜੀ ਕਾਮਨਾ ਹੈ ਉਹ ਵੀ ਪੂਰੀ ਹੋ ਜਾਵੇਗੀ, ਮਨ ਵੀ ਸਥਿਰ ਹੋ ਜਾਵੇਗਾ। ਤੇ ਜਿਹੜੇ ਕਿਰਤ ਦੇ ਅੰਦਰੋਂ, ਕਾਜਾਂ ਦੇ ਅੰਦਰੋਂ ਮਨ ਵਿਹਲਾ ਤੁਰਿਆ ਫਿਰਦਾ ਕਈ ਵਾਰੀ, ਉਹਨਾਂ ਤੋਂ ਉਪਰਾਮਤਾ ਹੋ ਕੇ ਗੁਰੂ ਦੇ ਸ਼ਬਦ ਵੱਲ, ਭਗਤੀ ਵੱਲ ਜੁੜਾਂਗੇ ਗੰਗਾ ਤੇ ਇਸ਼ਨਾਨ ਕਰਕੇ। ਚੰਦਨ ਚਰਚਤ ਕੁਸਮ ਗਨ ਅਰ ਪਹਿ ਉਰ ਤੀਰਾ। ਸੱਚੇ ਪਾਤਸ਼ਾਹ ਬਾਬਾ ਅਮਰਦਾਸ ਜੀ ਹੁਣ ਆਪਣੀ ਤਿਆਰੀ ਕਰ ਲਈ ਗੰਗਾ ਇਸ਼ਨਾਨ ਦੇ ਲਈ। ਜਿਵੇਂ ਕਰਮਕਾਂਡ ਦੇ ਅੰਦਰ ਜਿਹੜੇ ਦਵਿਜ ਲੋਕ ਨੇ, ਪੰਡਿਤ ਲੋਕ ਨੇ, ਉਹ ਚੰਦਨ ਦਾ ਟਿੱਕਾ ਲਗਾਉਂਦੇ ਨੇ, ਹੋਰ ਰੱਖ ਲਿਆ, ਕੁਮਕੁਮ ਰੱਖ ਲਿਆ, ਹੋਰ ਫੁੱਲਾਂ ਦੀ ਸਮੱਗਰੀ ਨਾਲ ਰੱਖ ਲਈ। ਤੀਰਥ ਤੇ ਜਾਣ ਦੇ ਲਈ ਰਸਤੇ ਦੇ ਅੰਦਰ ਆਪਣੇ ਜਲ ਆਹਾਰ ਦੇ ਲਈ, ਨਾਲ ਵਾਲੀ ਸੰਗਤ ਦੇ ਲਈ ਸਮਾਨ ਰੱਖ ਲਿਆ। ਜਿਸ ਤਰ੍ਹਾਂ ਅਸੀਂ ਟਰੈਵਲ ਕਰਦੇ ਹਾਂ, ਆਪਣਾ ਪੂਰਾ ਟੈਚੀ ਬੈਗ ਨਾਲ ਲੈ ਕੇ ਚੱਲਦੇ ਹਾਂ। ਪਰ ਜੇ ਅਸੀਂ ਕਿਤੇ ਹਜ਼ੂਰ ਸਾਹਿਬ ਇੱਧਰੋਂ ਕੈਨੇਡਾ ਤੋਂ ਜਾਣਾ ਹੋਵੇ, ਅੰਮ੍ਰਿਤਸਰ ਸਾਹਿਬ ਜਾਣਾ ਹੋਵੇ, ਫਿਰ ਅਸੀਂ ਨਾਲ ਲੋੜ ਦੀਆਂ ਚੀਜ਼ਾਂ ਰੱਖਦੇ ਹਾਂ। ਉਸੇ ਤਰ੍ਹਾਂ ਬਾਬਾ ਅਮਰਦਾਸ ਜੀ ਨੇ ਵੀ ਬਾਸਰਕੇ ਤੋਂ ਹਰਿਦੁਆਰ ਜਾਣਾ ਸੀ ਤੇ ਪਹਿਲਾਂ ਯਾਤਾਯਾਤ ਦੇ ਸਾਧਨ ਰੱਥ ਸੀ, ਗੜਬੈਲ ਸੀਗੇ, ਘੋੜੇ ਆਮ ਨਹੀਂ ਸਾਰਿਆਂ ਕੋਲ ਹੁੰਦੇ ਸੀ। ਸੋ ਪਾਤਸ਼ਾਹ ਮਹਾਰਾਜ ਨੇ ਤੁਰ ਕੇ ਯਾਤਰਾ ਕਰਨੀ ਸੀ। ਬਾਬਾ ਅਮਰਦਾਸ ਜੀ ਤੁਰ ਕੇ ਯਾਤਰਾ ਕਰਨ ਦਾ ਤੇ ਪੂਜਾ ਦੀ ਸਮੱਗਰੀ ਦਾ ਸਮਾਨ ਇਕੱਠਾ ਕਰ ਲਿਆ। ਦੇਵਹਿ ਤੂਪ ਸੁਨਮਰ ਹੋਏ ਜਲ ਡਾਲ ਪਤਾਸੇ। ਉਹਨਾਂ ਨੇ ਹੋਰ ਜਿਹੜੀ ਸਮੱਗਰੀ ਹੁੰਦੀ ਹੈ ਨਾਲ ਪਤਾਸੇ, ਜਲ ਇਤਿਆਦ ਨਾਲ ਤਿਆਰ ਕਰ ਲਏ। ਵਰਤ ਕਰ ਹੈ ਤਿਸ ਕੂਲ ਪਰ ਕਹਿ ਰਹਿ ਕਰ ਉਪਵਾਸੇ। ਤੇ ਉਹਨਾਂ ਨੇ ਕਿਹਾ ਕਿ ਅਸੀਂ ਉਪਵਾਸ ਵੀ ਰੱਖਾਂਗੇ, ਕਿਉਂਕਿ ਜਦੋਂ ਉਪਵਾਸ ਰੱਖਿਆ ਜਾਂਦਾ ਹੈ ਤਦੋਂ ਸਰੀਰ ਸੰਯਮ ਵਿੱਚ ਆਉਂਦਾ ਹੈ। ਜਿੰਨਾ ਸਰੀਰ ਸੰਯਮ ਵਿੱਚ ਆਉਂਦਾ ਹੈ, ਬਿਰਤੀ ਸਤੋ ਗੁਣੀ ਬਣਦੀ ਹੈ। ਸਤੋ ਗੁਣੀ ਜਿਹੜੀ ਬਿਰਤੀ ਹੈ ਉਹ ਭਗਤੀ ਦੇ ਲਈ ਪ੍ਰਧਾਨ ਹੁੰਦੀ ਹੈ। ਤੇ ਜਿਹੜਾ ਵਿਅਕਤੀ ਭਗਤੀ ਕਰਨਾ ਚਾਹੁੰਦਾ ਹੈ ਉਹ ਮਾਸ, ਮੱਛੀ ਇਹ ਚੀਜ਼ਾਂ ਦਾ ਸੇਵਨ ਨਹੀਂ ਕਰਦਾ, ਕਿਉਂਕਿ ਇਹ ਜਿਹੜੀ ਮਾਸ ਮੱਛੀ ਖਾਣੀ ਹੈ, ਇਹ ਜਿਹੜਾ ਕਹਿ ਲਈਏ ਵੀ ਨੌਨ ਵੈਜ ਖਾਣਾ ਹੈ, ਉਹ ਤਮੋ ਗੁਣ ਨੂੰ ਪ੍ਰਧਾਨਤਾ ਦਿੰਦਾ ਹੈ। ਉਸ ਦੇ ਨਾਲ ਗਿਆਨ ਦੀ ਬਿਰਤੀ, ਗਿਆਨ ਦੇ ਅੰਦਰ ਵਾਧਾ ਤੇ ਹਿਰਦੇ ਦੇ ਅੰਦਰ ਜਿਹੜਾ ਸ਼ਾਂਤੀ ਦਾ ਪ੍ਰਭਾਵ ਹੈ ਉਹ ਪਰਪੱਕਤਾ ਦੇ ਅੰਦਰ ਪਕੜ ਨਹੀਂ ਪਾਉਂਦਾ। ਪਰ ਜਿਹੜੀ ਗੁਰੂ ਕੀਆਂ ਨਿਹੰਗ ਫੌਜਾਂ ਨੇ ਗੁਰੂ ਘਰ ਦੇ ਅੰਦਰ, ਉਹਨਾਂ ਦੀਆਂ ਝਟਕਿਆਂ ਦੀਆਂ ਮਰਿਆਦਾ ਵੀ ਨੇ, ਉਹਦੇ ਉੱਤੇ ਵੀ ਕੋਈ ਕਿੰਤੂ ਪਰੰਤੂ ਨਹੀਂ, ਕਿਉਂਕਿ ਗੁਰੂ ਦੀ ਮਰਿਆਦਾ ਦੇ ਉੱਤੇ ਖਾਲਸਾ ਜੀ ਕਿੰਤੂ ਪਰੰਤੂ ਨਹੀਂ ਹੋ ਸਕਦਾ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਾ ਜਾਣਾ। ਬਾਬਾ ਜੀ ਨੇ ਬਾਣੀ ਦੇ ਅੰਦਰ ਸਿੱਧ ਕਰ ਦਿੱਤਾ ਸੀ ਬਈ ਜਿਹੜੇ ਵਿਅਕਤੀ ਮਾਸ ਨੂੰ ਲੈ ਕੇ ਝਗੜਾ ਕਰਦੇ ਨੇ ਨਾ, ਬਈ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ, ਉਹ ਸਭ ਤੋਂ ਵੱਡੇ ਮੂਰਖ ਨੇ। ਹਰ ਵਿਅਕਤੀ ਨੂੰ ਪਤਾ ਹੈ ਜੇ ਮੈਂ ਹਿਰਦੇ ਦੇ ਅੰਦਰ ਸਤੋ ਗੁਣੀ ਪ੍ਰਧਾਨਤਾ ਚਾਹਨਾ, ਗੁਰਬਾਣੀ ਤੇ ਪਰਪੱਕਤਾ ਚਾਹਨਾ, ਸੰਗਤ ਵਿੱਚ ਪ੍ਰੇਮ ਚਾਹਨਾ, ਤੇ ਮੈਨੂੰ ਇਨ ਚੀਜ਼ਾਂ ਤੋਂ ਥੋੜਾ ਜਿਹਾ ਗੁਰਹੇਜ਼ ਕਰਨਾ ਪਵੇਗਾ। ਪਰ ਜੇ ਕਿੱਥੇ ਜੰਗ ਲੱਗ ਜਾਵੇ ਤੇ ਮੂੰਗ ਦੀ ਦਾਲ ਖਾਣ ਨਾਲ ਫਿਰ ਜੰਗ ਵੀ ਨਹੀਂ ਲੜੇ ਜਾਂਦੇ, ਉਹ ਵੀ ਗੱਲ ਸੱਤ ਹੈ। ਤਾਂ ਹੀ ਗੁਰੂ ਕੇ ਨਿਹੰਗ ਸਿੰਘਾਂ ਨੇ ਪਹਿਲਾਂ ਜਦੋਂ ਬਾਬਾ ਸੁੱਖਾ ਸਿੰਘ, ਮਹਿਤਾਬ ਸਿੰਘ, ਬਾਬਾ ਦੀਪ ਸਿੰਘ, ਜੱਸਾ ਸਿੰਘ ਰਾਮਗੜੀਆ, ਉਹ ਮਹਾਨ ਯੋਧੇ ਹੋਏ ਨੇ। ਉਹਨਾਂ ਨੇ ਜੰਗਾਂ ਯੁੱਧਾਂ ਦੇ ਸਮੇਂ ਸਿੰਘਾਂ ਨੇ ਬੱਕਰੇ ਵੀ ਝਟਕਾਏ ਨੇ, ਛੱਕੇ ਵੀ ਨੇ। ਉਹਨਾਂ ਨੂੰ ਪ੍ਰਣਾਮ ਹੈ। ਗੁਰੂ ਕੇ ਸਿੱਖਾਂ ਨੂੰ ਅਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ, ਅਸੀਂ ਉਹਨਾਂ ਦੇ ਬਰਾਬਰ ਤੇਗਾ ਨਹੀਂ ਵਾਹ ਸਕਦੇ, ਤਾਂ ਅਸੀਂ ਛੱਕਦੇ ਵੀ ਨਹੀਂ। ਪਰ ਜਿਨ੍ਹਾਂ ਨੇ ਛੱਕਿਆ ਉਹਨਾਂ ਦੇ ਉੱਤੇ ਕੋਈ ਖਾਲਸਾ ਜੀ ਕਿੰਤੂ ਪਰੰਤੂ ਵੀ ਕਰਨ ਦਾ ਸਾਡਾ ਹੱਕ ਨਹੀਂ ਹੈ। ਜੇ ਤੁਹਾਡਾ ਕੱਲ ਨੂੰ ਜੰਗ ਦਾ ਸਮਾਂ ਬਣੇ, ਤੁਹਾਨੂੰ ਲੱਗੇ ਵੀ ਤੁਸੀਂ ਕਿਸੇ ਯੋਧੇ ਦਾ ਸਿਰ ਲਾ ਸਕਦੇ ਹੋ ਜੰਗ ਦੇ ਅੰਦਰ, ਤੇ ਫੇਰ ਤੁਸੀਂ ਬੱਕਰਾ ਖਾ ਵੀ ਲਓ। ਬਈ ਜੇ ਤੁਹਾਨੂੰ ਲੱਗਦਾ ਹੈ ਬਈ ਹਜੇ ਮੈਂ ਇੱਕ ਬੱਕਰਾ ਝਟਕਾ ਨਹੀਂ ਸਕਦਾ, ਜੰਗ ਦੇ ਅੰਦਰ ਬੰਦਾ ਤਾਂ ਮਾਰਨਾ ਦੂਰ ਦੀ ਗੱਲ ਹੈ, ਜੇ ਕੋਈ ਤੁਹਾਡੇ ਸਾਹਮਣੇ ਬੱਕਰਾ ਰੱਖ ਦਵੇ ਤਾਂ ਤੇਗ ਰੱਖ ਦਵੇ ਬਈ ਝਟਕਾ ਹੁਣ, ਜੇ ਤੁਹਾਡਾ ਮਨ ਹਜੇ ਝਟਕਾਉਣ ਵੱਲ ਹੀ ਨਹੀਂ ਹੋ ਰਿਹਾ ਤੇ ਤੁਹਾਡਾ ਖਾਣ ਦਾ ਵੀ ਹੱਕ ਨਹੀਂ। ਗੁਰੂ ਖਾਲਸਾ ਜੀ ਮਾਂਸ ਖਾਣ ਦਾ ਹੱਕ ਯੋਧੇ ਨੂੰ ਹੈ ਜਿਨੇ ਸਿਰ ਤਲੀ ਦੇ ਉੱਤੇ ਰੱਖ ਕੇ ਗੁਰੂ ਘਰ ਦੇ ਅੰਦਰ ਮੌਤ ਨੂੰ ਪ੍ਰਵਾਨ ਕੀਤਾ। ਐਸੀ ਗੱਲ ਨਹੀਂ, ਸਨਾਤਨ ਧਰਮ ਦੇ ਅੰਦਰ ਵੀ
ਸ਼ਸਤਰ ਧਾਰੀ ਹੋਏ ਨੇ ਭਗਵਾਨ ਰਾਮ ਭਗਵਾਨ ਕ੍ਰਿਸ਼ਨ। ਉਹਨਾਂ ਦੇ ਵੇਲੇ ਵੀ ਮਾਸ ਮੱਛੀ ਦੀ ਵਰਤੋਂ ਹੁੰਦੀ ਰਹੀ ਹੈ, ਪਰ ਲੋੜ ਅਨੁਸਾਰ ਆਪਣੀ ਬਿਰਤੀ ਨੂੰ ਮਲੀਨ ਕਰਨ ਦੇ ਲਈ ਨਹੀਂ। ਰਹੋ ਵਿਚਾਰ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜਾ ਆਹਾਰ ਹੈ ਗੁਰੂ ਅਮਰਦਾਸ ਜੀ ਦਾ, ਉਹ ਸਤੋ ਗੁਣੀ ਹੈ। ਸਤੋ ਗੁਣੀ ਆਹਾਰ ਭਗਤੀ ਨੂੰ ਪਰਪੱਕਤਾ ਦਿੰਦਾ ਹੈ। ਅਧਿਕ ਪਾਉ ਤਰ ਜਾਤ ਹੈ ਜੈਕਾਰ ਉਚਾਰੋ। ਤੇ ਹੁਣ ਯਾਤਰਾ ਸ਼ੁਰੂ ਕਰ ਦਿੱਤੀ ਗੰਗਾ ਤੀਰਥ ਤੇ ਇਸ਼ਨਾਨ ਦੀ। ਇੱਕ ਇੱਕ ਪੈਰ ਰੱਖਦੇ ਨੇ ਤੇ ਬੋਲਦੇ ਨੇ ਹਰ ਹਰ ਗੰਗੇ। ਜਦੋਂ ਉਤਸ਼ਾਹ ਆਂਦਾ ਹੈ ਨਾ, ਅਸੀਂ ਯਾਤਰਾ ਕਰਨ ਜਾਈਏ ਕਿਤੇ, ਹੇਮਕੁੰਡ ਸਾਹਿਬ ਜਾਈਏ ਤੇ ਕਿਤੇ ਕੋਈ ਬੰਦਾ ਥੱਕ ਕੇ ਬੈਠਾ ਹੋਵੇ, ਪਿੱਛੋਂ ਜੱਥਾ ਆ ਰਿਹਾ ਹੋਵੇ, ਉਹ ਜ਼ੋਰ ਦੇ ਜਕਾਰਾ ਲਗਾਉਂਦੇ ਨੇ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਫੇਰ ਸਿੰਘ ਖੜੇ ਹੋ ਕੇ ਤੁਰ ਪੈਂਦੇ ਨੇ, ਜਾਨ ਪੈ ਜਾਂਦੀ, ਮੋਟੀਵੇਸ਼ਨ ਮਿਲਦੀ ਹੈ। ਕੋਈ ਨਾਲ ਦੇ ਸਿੰਘ ਜਦੋਂ ਯਾਤਰਾ ਦੇ ਅੰਦਰ ਹਿੰਮਤ ਦਿੰਦੇ ਨੇ। ਤੋ ਗੁਰੂ ਪਾਤਸ਼ਾਹ ਮਹਾਰਾਜ ਅਮਰਦਾਸ ਸੱਚੇ ਪਾਤਸ਼ਾਹ ਜੀ ਗੰਗਾ ਇਸ਼ਨਾਨ ਲਈ ਜਾ ਰਹੇ ਨੇ, ਹਜੇ ਗੁਰੂ ਨਹੀਂ ਬਣੇ, ਤੇ ਇਹ ਜਿਹੜਾ ਇਸ਼ਨਾਨ ਕਰ ਰਹੇ ਨੇ 21ਵੀਂ ਵਾਰੀ ਜਾ ਰਹੇ ਨੇ। 6 ਮਹੀਨੇ ਜਾਂਦੇ ਸੀਗੇ ਤੀਰਥ ਯਾਤਰਾ ਕਰਨ, 6 ਮਹੀਨੇ ਘਰ ਬਹਿ ਕੇ ਤਪ ਕਰਨਾ। ਹੁਣ 21ਵੀਂ ਵਾਰੀ ਇਸ਼ਨਾਨ ਕਰਨ ਲਈ ਚੱਲੇ ਨੇ। ਇਸੀ ਰੀਤ ਨਿਸ਼ਕਾਮ ਹੀ ਬਹੁ ਬਾਰ ਪਧਾਰੇ। ਇਸ ਤਰ੍ਹਾਂ 21 ਵਾਰ ਇਸ ਤੋਂ ਪਹਿਲਾਂ ਮਹਾਰਾਜ 20 ਵਾਰੀ ਨਿਸ਼ਕਾਮ ਬਿਰਤੀ ਨਾਲ ਗਏ ਸੀਗੇ। ਜਦੋਂ ਅਸੀਂ ਗੁਰੂ ਕੋਲ ਆਈਏ, ਜਦੋਂ ਕੋਈ ਪਦਾਰਥ ਮੰਗਾਂਗੇ, ਉਹ ਪਦਾਰਥ ਦੀ ਪੂਰਤੀ ਹੋ ਜਾਵੇਗੀ ਗੁਰੂ ਘਰ ਦੇ ਅੰਦਰ, ਕੋਈ ਵੱਡੀ ਗੱਲ ਨਹੀਂ। ਪਰ ਜੇ ਅਸੀਂ ਨਿਸ਼ਕਾਮ ਹੋ ਕੇ ਗੁਰੂ ਪਾਤਸ਼ਾਹ ਮਹਾਰਾਜ ਕੋਲ ਬੈਠਾਂਗੇ, ਤਦੋਂ ਸਭ ਤੋਂ ਵੱਡਾ ਫਲ ਮਿਲਦਾ ਮਨ ਨਿਰਮਲ ਹੋਣ ਦਾ। ਮਨ ਨਿਰਮਲ ਹੋਣ ਦਾ ਫਲ ਤਾਂ ਹੀ ਪ੍ਰਾਪਤ ਹੋਵੇਗਾ ਜੇ ਹਿਰਦੇ ਦੇ ਅੰਦਰ ਕੋਈ ਕਾਮਨਾ ਨਹੀਂ। ਚੌਪਈ ਅਤ ਪਵਿੱਤਰ ਯਾਤਰਾ ਕੋ ਕਰੈ। ਬੜੀ ਪਾਵਨ ਪਵਿੱਤਰ ਯਾਤਰਾ ਚੱਲ ਰਹੀ ਹੈ। ਯਾਤਰਾ ਦਾ ਅਰਥ ਹੀ ਇਹੀ ਹੁੰਦਾ, ਨਾਮ ਜਪਣਾ, ਨਾਲ ਦੇ ਸਾਧੂ ਸੰਤ ਮਹਾਤਮਾ ਦੀ ਸੇਵਾ ਕਰਨੀ। ਤੇ ਜਿੱਥੇ ਤੀਰਥ ਤੇ ਅਸੀਂ ਪਹੁੰਚ ਰਹੇ ਹਾਂ, ਉਸ ਤੀਰਥ ਤੇ ਜਾ ਕੇ ਕੋਈ ਮਨ ਦੇ ਅੰਦਰ ਬੁਰਾ ਫੁਰਨਾ ਨਾ ਫੁਰ ਕੇ ਨਿਸ਼ਕਾਮ ਹੋ ਕੇ ਤੀਰਥ ਤੇ ਪਹੁੰਚੀਏ। ਸਰਬ ਵਿਕਾਰ ਹਿਰਦੈ ਪਰ ਹਰੈ। ਸਾਰੇ ਵਿਕਾਰ ਹਿਰਦੇ ਤੋਂ ਪਰ ਹਰ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤਿਆਗ ਕੇ। ਕਾਮ ਨ ਕ੍ਰੋਧ ਨ ਲੋਭ ਨ ਤਾਰੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਬਿਰਤੀ ਨੂੰ ਤਿਆਗ ਕੇ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਜੀ ਗੁਰ ਤੀਰਥ ਦੇ ਉੱਤੇ ਹਰਿਦੁਆਰ ਗੰਗਾ ਇਸ਼ਨਾਨ ਲਈ ਜਾ ਰਹੇ ਨੇ। ਸੁਚ ਸੰਜਮ ਕੇ ਸਾਥ ਸਿਧਾਰੈ। ਬੜੀ ਸੁਚ ਸੰਜਮ ਰੱਖੀ ਹੋਈ ਹੈ। ਤੀਰਥਾਂ ਦੇ ਉੱਤੇ ਜਾਣਾ ਹੁੰਦਾ ਹੈ ਨਾ, ਸੁਚ ਸੰਜਮ ਰੱਖੀ ਹੁੰਦੀ ਹੈ। ਕਲਗੀਧਰ ਪਾਤਸ਼ਾਹ ਦਾ ਰਹਿਤਨਾਮਿਆਂ ਦਾ ਬਚਨ ਹੈ, ਜਹਾਂ ਤਹਾਂ ਕਾ ਖਾਏ ਪ੍ਰਸਾਦ, ਮੇਰਾ ਸਿੰਘ ਨਹੀਂ ਆਦ ਜੁਗਾਦ। ਜੇ ਜਣੀ ਖਣੀ ਥਾਂ ਦੇ ਉੱਤੇ ਜਾ ਕੇ ਜੂਠਾ ਮੀਠਾ ਖਾਵੇ ਨਾ, ਉਹ ਮੇਰਾ ਸਿੰਘ ਖਾਲਸਾ ਨਹੀਂ ਹੈ। ਮੇਰਾ ਖਾਲਸਾ ਤਾਂ ਉਹੀ ਹੈ ਬਈ ਜਿਹੜਾ ਕਿੱਥੇ ਬੀੜੀ ਸਿਗਰਟ ਵਾਲੇ ਦੇ ਹੱਥ ਲੱਗੇ ਹੋਣ, ਸ਼ਰਾਬ ਵਾਲੇ ਦੇ ਹੱਥ ਲੱਗੇ ਹੋਣ, ਉਸ ਚੀਜ਼ ਦੀ ਵਰਤੋਂ ਨਾ ਕਰੇ, ਨਾ ਖਾਵੇ। ਕਿਉਂਕਿ ਗ੍ਰੰਥਾਂ ਦੇ ਅੰਦਰ ਤੇ ਇੱਥੇ ਤੱਕ ਲਿਖਿਆ ਹੈ, ਪਾਣੀ ਤਾਂ ਕਿ ਹਾਥ ਕਾ ਮਦਰਾ ਸਮ ਹੋਏ ਜਾਏ, ਤਨਕ ਤੰਬਾਕੂ ਸੇਵੀਐ ਦੇਵ ਪਿੱਤਰ ਤਜ ਜਾਏ। ਜਿਹੜਾ ਬੰਦਾ ਹਲਕਾ ਜਿਹਾ ਵੀ ਤੰਬਾਕੂ ਖਾ ਲਏ, ਸਿਗਰਟ ਪੀ ਲਵੇ, ਉਹਦੇ ਹੱਥ ਦਾ ਅਸੀਂ ਕੁਝ ਖਾ ਲਈਏ, ਤਨਕ ਤੰਬਾਕੂ ਸੇਵੀਐ ਖਾ ਲਈਏ, ਜਿਹੜਾ ਵਿਅਕਤੀ ਖਾਂਦਾ ਹੋਵੇ, ਤਨਕ ਤੰਬਾਕੂ ਸੇਵੀਐ ਦੇਵ ਪਿੱਤਰ ਤਜ ਜਾਏ, ਉਹਦੇ ਨਾਲ ਦੇਵਤੇ ਤੇ ਪਿੱਤਰ ਉਹਦਾ ਸਾਥ ਛੱਡ ਜਾਂਦੇ ਨੇ। ਪਾਣੀ ਤਾਂ ਕਿ ਹਾਥ ਕਾ ਮਧਰਾ ਸਮ ਹੋਏ ਜਾਏ, ਜੇ ਉਹ ਪੀਣ ਵਾਲੇ ਦੇ ਹੱਥ ਦਾ, ਜਗਤ ਜੂਠ ਖਾਣ ਵਾਲੇ ਦੇ ਹੱਥ ਦਾ ਕੋਈ ਪਾਣੀ ਪੀ ਲਵੇ ਨਾ, ਤੇ ਉਹ ਸ਼ਰਾਬ ਦੇ ਬਰਾਬਰ ਮੰਨਿਆ ਜਾਂਦਾ ਹੈ। ਪੁਰਾਤਨ ਗ੍ਰੰਥਾਂ ਦਾ ਬਚਨ ਨੇ। ਰਹੋ ਵਿਚਾਰ। ਗੁਰੂ ਅਮਰਦਾਸ ਮਹਾਰਾਜ ਬੜੇ ਪਾਵਨ ਪਵਿੱਤਰ ਸੁੱਚ ਨੇਮ ਦੇ ਨਾਲ ਤੀਰਥ ਯਾਤਰਾ ਲਈ ਜਾ ਰਹੇ ਨੇ। ਖਸ਼ਟ ਮਾਸ ਬੀਤੇ ਜਬ ਜਾਵੈ। 6 ਮਹੀਨੇ ਲੱਗ ਗਏ ਹਰਿਦੁਆਰ ਦੀ ਯਾਤਰਾ ਤੇ। 400 ਕਿਲੋਮੀਟਰ ਦਾ ਪੈਂਡਾ ਬਾਸਰਕੇ ਨਗਰ ਤੋਂ ਤੁਰ ਕੇ ਹਰਿਦੁਆਰ ਪਹੁੰਚ ਗਏ। ਗ੍ਰਹਿ ਪੀ ਬੈਠੇ ਸੁਰ ਸਰ ਧਿਆਵੈ। ਤੇ ਘਰ ਵੀ ਜਦੋਂ ਆਣਾ ਨਾ 6 ਮਹੀਨੇ ਮਗਰੋਂ, ਤੇ ਬਹਿ ਕੇ ਗੰਗਾ ਜੀ ਦਾ ਧਿਆਨ ਧਰਨਾ। ਊਨ ਬਿਸੰਤੀ ਬਾਰ ਗਏ ਜਬ। ਜਦੋਂ ਇਸ ਤਰ੍ਹਾਂ 19 ਵਾਰ ਤੀਰਥਾਂ ਤੇ ਜਾ ਚੁੱਕੇ ਸਨ। ਦੇਹ ਜਰ ਜਰੀ ਭੂਤ ਪਈ ਤਬ। ਕਹਿੰਦੇ ਦੇਹ ਜਿਹੜੀ ਸੀ ਉਹ ਜ਼ਰਜ਼ਰੀ ਹੋ ਗਈ। ਤੁਸੀਂ ਦੇਖਿਆ ਹੋਏਗਾ ਜਿਹੜਾ ਬਜ਼ੁਰਗਾਂ ਦਾ ਸਰੀਰ ਹੈ, ਉਹਨਾਂ ਦੀ ਜਿਹੜੀ ਸਕਿਨ ਹੁੰਦੀ ਹੈ ਉਹ ਢਿੱਲੀ ਪੈ ਜਾਂਦੀ ਹੈ। ਤੇ ਕਿਉਂਕਿ ਉਹ ਏਜ ਦੇ ਨਾਲ ਫੈਕਟਰ ਹੈ, ਏਜ ਦੇ ਨਾਲ ਸਕਿਨ ਜਿਹੜੀ ਹੈ ਉਹ ਧੀਰੇ ਧੀਰੇ ਹੱਡੀਆਂ ਤੋਂ ਆਪਣਾ ਮਾਸ ਛੁਡਾਉਂਦੀ ਹੈ, ਲੂਜ਼ ਹੁੰਦੀ ਰਹਿੰਦੀ ਹੈ। ਜਾਨਵਰਾਂ ਦੇ ਅੰਦਰ ਸਕਿਨ ਆਪਣੀ ਉਹ ਦੂਸਰੀ ਛੋੜ ਕੇ ਪਹਿਲੀ ਵਾਲੀ ਸਕਿਨ ਨਵੀਂ ਲੈ ਲੈਂਦੇ ਨੇ, ਪਰ ਇਨਸਾਨਾਂ ਦੇ ਅੰਦਰ ਉਹ ਢਿੱਲੜ ਸ਼ੁਰੂ ਹੋ ਜਾਂਦੀ ਹੈ ਸਕਿਨ।
ਬਾਬਾ ਅਮਰਦਾਸ ਜੀ ਦੇ ਜਿਹੜੇ ਹੱਡ ਨੇ ਉਹ ਬੁੱਢੇ ਹੋ ਗਏ। ਚਲ ਹੈ ਚਰਨ ਸਿਮਰਨ ਕੋ ਕਰਤੇ। ਇੱਕ ਇੱਕ ਕਦਮ ਚੱਲਦੇ ਨੇ ਤੇ ਹਰ ਹਰ ਗੰਗੇ ਧਿਆਉਂਦੇ ਨੇ ਉੱਚੇ ਜੈ ਜੈਕਾਰ ਉਚਰਤੇ। ਤੇ ਜੈ ਜੈਕਾਰ ਵੀ ਕਰਦੇ ਨੇ। ਬਹੁਰ 20ਵੀਂ ਬਾਰ ਪਧਾਰੇ। ਹੁਣ ਜਦੋਂ 20 ਗਾਰ ਗੰਗਾ ਤੇ ਪਹੁੰਚੇ ਨੇ, ਮਿਹੜਾ ਗ੍ਰਾਮਕ ਪੰਥ ਮਝਾਰੇ। ਇੱਕ ਮੇੜਾ ਗ੍ਰਾਮ ਹੈ, ਉੱਥੇ ਪਹੁੰਚੇ ਜਦੋਂ। ਬਸ ਹੈ ਵਿਪਰ ਇੱਕ ਤਹ ਅਵਿਦਾਤ। ਇੱਕ ਵਿਪਰ ਦਾ ਅਰਥ ਹੁੰਦਾ ਹੈ ਪੰਡਤ, ਇੱਕ ਵਿਦਵਾਨ ਪੰਡਤ, ਜਿਸ ਦਾ ਜਿਹੜਾ ਬੁੱਧੀ ਕਰਕੇ ਆਤਮ ਵਿਸ਼ੈਣੀ ਬੁੱਧੀ ਦੀ, ਜਿਸ ਦੀ ਬੜਾ ਗਿਆਨੀ ਪੰਡਤ ਸਿਆਣਾ ਵਿਅਕਤੀ ਸੀ, ਉਹ ਬਾਬਾ ਅਮਰਦਾਸ ਜੀ ਨੂੰ ਮਿਲਦਾ ਹੈ, ਜਿਹਦਾ ਇਤਿਹਾਸ ਦੇ ਅੰਦਰ ਇਤਿਹਾਸਕਾਰਾਂ ਨੇ ਨਾਮ ਦੁਰਗਾ ਪੰਡਤ ਵੀ ਲਿਖਿਆ ਹੈ। ਪੁੱਤੋ ਸਾਰ ਸੁਤ ਭੰਬੀ ਜਾਤ। ਕਹਿੰਦੇ ਉਹ ਭੰਬੀ ਜਾਤ ਦਾ ਬ੍ਰਾਹਮਣ ਸੀਗਾ, ਸਾਰਸੁਤੀ ਸੀਗਾ, ਬੜੀ ਪਵਿੱਤਰਤਾ ਰੱਖਣ ਵਾਲਾ ਬ੍ਰਾਹਮਣ ਸੀਗਾ ਤੇ ਜਨੇਊ ਗਲ 'ਚ ਧਾਰਨ ਕਰਿਆ ਹੋਇਆ ਸੀ, 12 ਤਿਲਕ ਲਾਂਦਾ ਸੀ, ਬੜਾ ਸੁੱਚ ਸੰਜਮ ਨੇਮ ਵਾਲਾ ਉਹ ਬ੍ਰਾਹਮਣ ਸੀਗਾ। ਦੁਰਗਾ ਨਾਮ ਪਰ ਹੈ ਤਿਸ ਕੇਰਾ। ਉਹਨਾਂ ਦਾ ਨਾਮ ਸੀਗਾ ਦੁਰਗਾ ਪੰਡਤ। ਕਰਹਿ ਜਾਤਰੀ ਤਹਾਂ ਬਸੇਰਾ। ਉਹਨਾਂ ਨੇ ਜਿੱਥੇ ਗੁਰੂ ਅਮਰਦਾਸ ਮਹਾਰਾਜ, ਕਿਉਂਕਿ ਜਦੋਂ ਅਸੀਂ ਯਾਤਰਾ ਕਰਦੇ ਹਾਂ, ਅਸੀਂ ਇੱਕ ਇੱਕ ਪੜਾਅ ਕਰਦੇ ਆਉਂਦੇ ਹਾਂ। ਜਦੋਂ ਹਜ਼ੂਰ ਸਾਹਿਬ ਤੋਂ ਚੱਲੀਏ ਤੇ ਕਈ ਸਿੰਘ ਪੈਦਲ ਯਾਤਰਾ ਕਰਦੇ ਨੇ, ਤੇ ਪੈਦਲ ਯਾਤਰਾ 'ਚ ਕਰਨਾਲ, ਆਗਰਾ, ਬੁਰਹਾਨਪੁਰ, ਔਰੰਗਾਬਾਦ ਇੱਦਾਂ ਪੜਾਅ ਕਰਦੇ ਆਉਂਦੇ ਨੇ। ਜਿੰਨੇ ਅਸੀਂ ਪੌਜ਼ ਲਈਏ ਉਹਨਾਂ ਸਰੀਰ ਨੂੰ ਵੀ ਆਰਾਮ ਮਿਲ ਜਾਂਦਾ। ਅਗਲੇ ਦਿਨ ਤਕੜੇ ਹੋ ਕੇ ਫੇਰ ਯਾਤਰਾ ਕਰੀ ਚੱਲੋ, ਪ੍ਰਸ਼ਾਦੇ ਛਕੀ ਚੱਲੋ, ਨਾਮ ਜਪੀ ਚੱਲੋ, ਤੇ ਯਾਤਰਾ ਹੁੰਦੀ ਰਹਿੰਦੀ ਹੈ। ਬਾਬਾ ਅਮਰਦਾਸ ਜੀ ਨੇ ਇੱਕ ਪੜਾਅ ਕੀਤਾ ਮੇਹੜੇ ਨਗਰ ਦੇ ਅੰਦਰ। ਇਹ ਖਾਲਸਾ ਜੀ ਜਿੱਥੇ ਅਸੀਂ ਗੁਰੂ ਵਿੱਦਿਆ ਪ੍ਰਾਪਤ ਕੀਤੀ ਗਿਆਨੀ ਸ਼ੇਰ ਸਿੰਘ ਜੀ ਹੋਰਾਂ ਪਾਸੋਂ, ਉੱਥੇ ਹੀ ਸਥਾਨ ਅੰਬਾਲੇ ਨਗਰ ਤੋਂ ਬਿਲਕੁਲ ਨੇੜੇ ਹੀ ਹੈ। ਉਹਦਾ ਸਥਾਨ ਦਾ ਨਾਮ ਹੈ ਗੁਰਦੁਆਰਾ ਨਿਥਾਣਾ ਸਾਹਿਬ। ਇੱਥੇ ਗ੍ਰੰਥ ਜ਼ਿਕਰ ਨਹੀਂ ਆਇਆ, ਪਰ ਉੱਥੇ ਇਤਿਹਾਸ ਲਿਖ ਕੇ ਲਗਾਇਆ ਹੋਇਆ ਹੈ। ਜਦੋਂ ਤੁਸੀਂ ਦਿੱਲੀ ਤੋਂ ਅੰਮ੍ਰਿਤਸਰ ਵਾਲੀ ਰੋਡ ਜਾਓ, ਅੰਬਾਲੇ ਵਿਖੇ ਇੱਕ ਸ਼ੰਭੂ ਬਾਰਡਰ ਆਉਂਦਾ, ਜਿੱਥੇ ਕਿਸਾਨੀ ਵੀਰਾਂ ਨੇ ਸਭ ਤੋਂ ਪਹਿਲਾਂ ਮੋਰਚਾ ਤੋੜਿਆ ਸੀ। ਉਹ ਸ਼ੰਭੂ ਬਾਰਡਰ ਤੇ ਖੱਬੇ ਨੂੰ ਇੱਕ ਸੜਕ ਜਾਂਦੀ ਹੈ। ਉਹ ਖੱਬੇ ਨੂੰ ਜਿਹੜੀ ਸੜਕ ਹੈ, ਉਹ ਇੱਕ ਪਿੰਡ ਦੇ ਅੰਦਰ ਜਾਂਦੀ ਹੈ, ਜਿੱਥੇ ਗੁਰਦੁਆਰਾ ਨਿਥਾਣਾ ਸਾਹਿਬ ਹੈ। ਤੇ ਉਹ ਪਿੰਡ ਦਾ ਨਾਮ ਹੈ ਊਂਠਸਰ ਸਾਹਿਬ ਜੰਡ ਮੰਗੋਲੀ। ਤੇ ਉਹ ਦਾਸ ਦੇ ਘਰ ਤੋਂ ਤਕਰੀਬਨ 12-13 ਕਿਲੋਮੀਟਰ ਹੀ ਸੀਗਾ। ਜਦੋਂ ਅਸੀਂ ਉੱਥੇ ਕਿਰਤ ਕਰਦੇ ਸੀ ਤੇ ਕਾਫੀ ਵਾਰੀ ਉਸ ਸਥਾਨ ਤੇ ਜਾਣਾ, ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਜੋਤੀ ਜੋਤ ਸਥਾਨ ਤੇ। ਉੱਥੇ ਮਹਾਰਾਜ ਨੇ ਨਾਥਾਂ ਦੇ ਨਾਲ ਵਿਚਾਰ ਕਰੀ ਸੀਗੀ, ਜਿਹੜੇ ਨਾਥ ਹੋਏ ਨੇ ਕੰਨ ਪਾਟੇ ਜੋਗੀਆਂ ਦੇ ਨਾਲ। ਉੱਥੇ ਗੁਰੂ ਅਮਰਦਾਸ ਮਹਾਰਾਜ ਜੀ 21 ਵਾਰੀ ਆਏ ਸੀ। ਬੜਾ ਮਹਾਨ ਸਥਾਨ ਹੈ ਉਹ, ਕਦੀ ਆਪ ਜੀ ਦਾ ਸਬਬ ਬਣਿਆ ਤੇ ਦਰਸ਼ਨ ਜ਼ਰੂਰ ਕਰਿਓ। 20 ਵਾਰੀ ਤੇ ਆਏ ਗੁਰੂ ਬਣਨ ਤੋਂ ਪਹਿਲਾਂ, 21ਵੀਂ ਵਾਰੀ ਆਏ ਗੁਰੂ ਬਣਨ ਤੋਂ ਬਾਅਦ। ਜੰਡ ਮੰਗੋਲੀ ਪਿੰਡ, ਸੱਚੇ ਪਾਤਸ਼ਾਹ ਦਾ ਸਥਾਨ ਗੁਰਦੁਆਰਾ ਨਿਥਾਣਾ ਸਾਹਿਬ, ਉਹਦੇ ਬਿਲਕੁਲ ਲਾਗੇ ਹੀ ਹੈ ਜਿੱਥੇ ਇਹ ਇਤਿਹਾਸ ਦਾ ਬਚਨ ਆ ਰਿਹਾ। ਕਵੀ ਰਾਜ ਭਾਈ ਸੰਤੋਖ ਸਿੰਘ ਨੇ ਲਿਖਿਆ ਮੇਹੜੀ ਸਾਹਿਬ। ਉਹ ਮੇਹੜੀ ਸਾਹਿਬ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ, ਬਾਬਾ ਅਮਰਦਾਸ ਜੀ ਦੀ ਹੁਣ ਇੱਕ ਦੁਰਗਾ ਨਾਮ ਦੇ ਪੰਡਤ ਦੇ ਨਾਲ ਗੱਲਬਾਤ ਚੱਲਦੀ ਹੈ। ਆਵਤ ਜਾਤ ਪਾਏ ਬਿਸਰਾਮਾ। ਉੱਥੇ ਜਾਂਦੇ ਹੋਏ ਆਂਦੇ ਹੋਏ ਨਾ ਅਕਸਰ ਰੁਕਦੇ ਸੀਗੇ। ਸਾਦਰ ਕਰਹਿ ਉਤਾਰਨ ਧਾਮਾ। ਜਦੋਂ ਬਾਬਾ ਅਮਰਦਾਸ ਜੀ ਨੇ ਉੱਥੇ ਉਤਰ ਕੇ ਆਪਣਾ ਪੜਾਅ ਕੀਤਾ, ਤਹਾਂ ਗਏ ਸ਼੍ਰੀ ਅਮਰ ਸੁਜਾਨਾ। ਸੱਚੇ ਪਾਤਸ਼ਾਹ ਬਾਬਾ ਅਮਰਦਾਸ ਜੀ ਜਦੋਂ ਉਸ ਸਥਾਨ ਤੇ ਰੁਕੇ ਨੇ, ਪੰਥ ਤਪਤ ਪਾਨੁਜ ਮਧਿਆਨਾ। ਕਹਿੰਦੇ ਉੱਥੇ ਜਦੋਂ ਆਪਸ ਦੇ ਅੰਦਰ ਯਾਤਰੀਆਂ ਨੂੰ ਪਾਣੀ ਛਕਾਇਆ, ਪ੍ਰਸ਼ਾਦਾ ਛਕਾਇਆ, ਕਿਸੇ ਦੇ ਚਰਨ ਘੁੱਟੇ, ਬਾਬਾ ਅਮਰਦਾਸ ਜੀ ਸੇਵਾ ਕਰਦੇ ਨੇ। ਫਿਰੇ ਦੁਪਹਿਰਾ ਹੇਤ ਬਿਤਾਵਨ। ਜੇਠ ਹਾੜ ਦਾ ਮਹੀਨਾ ਸੀ, ਦੁਪਹਿਰ ਦਾ ਸਮਾਂ ਸੀ, ਸਾਰੇ ਆਰਾਮ ਕਰ ਰਹੇ ਸੀ। ਪੌੜ ਰਹੇ ਜਿਨ ਕੀਰਤ ਪਾਵਨ। ਬੜੀ ਪਾਵਨ ਪਵਿੱਤਰੀ ਕਈ ਕੀਰਤ ਗਾ ਰਹੇ ਸਨ। ਕਈ ਵਾਰੀ ਅਸੀਂ ਤੀਰਥਾਂ ਤੇ ਜਾਈਏ, ਉੱਥੇ ਆਰਾਮ ਕਰ ਰਹੀ ਹੋਈਏ, ਕਈ ਵਾਰੀ ਮਹਾਪੁਰਸ਼ ਨਾਲ ਦੇ ਕਈ ਨਾਮ ਜਪ ਰਹੇ ਹੁੰਦੇ ਨੇ, ਬਈ ਫੇਰ ਤਾਂ ਯਾਤਰਾ ਦੇ ਅੰਦਰ ਸਮਾਂ ਬਤੀਤ ਹੋਣਾ, ਹੁਣੀ ਪਾਠ ਕਰ ਲਈਏ। ਕੋਈ ਸੁਖਮਨੀ ਸਾਹਿਬ ਕਰਦਾ, ਕੋਈ ਜਪਜੀ ਸਾਹਿਬ, ਕੋਈ ਕਿਹੜੀ ਬਾਣੀ ਪੜਦਾ। ਕਈ ਵਾਰੀ ਯਾਤਰਾ ਦੇ ਅੰਦਰ ਕਈ ਉਦਮੀ ਸਿੰਘ ਵੀ ਹੁੰਦੇ ਨੇ, ਉਹਨਾਂ ਨੂੰ ਦੇਖ ਕੇ ਸਾਨੂੰ ਵੀ ਚਾਅ ਚੜਦਾ ਵੀ ਬਾਣੀ ਪੜ੍ਹੀਏ, ਹੋਰ ਨਾਮ ਜਪੀਏ। ਤਾਂ ਹੀ ਕਹਿੰਦੇ ਸੰਗਤ ਵਿੱਚ ਮਨ ਜੋੜਨਾ ਚਾਹੀਦਾ। ਬਾਬਾ ਅਮਰਦਾਸ ਜੀ ਤੇ ਨਾਲ ਹੋਰ ਸਿੱਖਾਂ ਦੀ ਸੇਵਾ ਕਰਦੇ ਨੇ, ਤੇ ਨਾਲ ਹੀ ਉਹ ਦੁਰਗਾ ਨਾਮਕ ਪੰਡਤ ਵੀ ਵਿੱਚ ਸੰਗਤ ਵਿੱਚ ਮੌਜੂਦ ਹੈ। ਵਿਦਿਆ ਪਠਿਓ ਸੋ ਵਿਪਰ ਬਿਸ਼ੇਖਾ। ਉਹ ਜਿਹੜਾ ਪੰਡਤ ਸੀ ਨਾ ਦੁਰਗਾ, ਉਹ ਬਹੁਤ ਸਿਆਣਾ ਸੀ। ਉਹਨੇ ਬਹੁਤ ਵਿਦਿਆ, ਜੋਤਿਸ਼ ਵਿਦਿਆ ਪੜ੍ਹੀ ਹੋਈ ਸੀ। ਸਾਮੁੰਦ੍ਰਿਕ ਪੀ ਤਿਸਨੇ ਦੇਖਾ। ਉਸਨੇ ਬਹੁਤ ਜ਼ਿਆਦਾ ਗ੍ਰੰਥ ਪੜ੍ਹੇ ਹੋਏ ਸਨ, ਵੇਦਾਂ ਦਾ ਗਿਆਤਾ ਸੀ, ਰਮਾਇਣ ਮਹਾਭਾਰਤ ਕੰਠਸਥ ਸੀ,
ਤੇ ਜੋਤਿਸ਼ ਵਿਦਿਆ ਦੇ ਅੰਦਰ ਬੜਾ ਨਿਪੁੰਨ ਸੀਗਾ, ਭਵਿੱਖਤ ਵਾਕ ਵੀ ਕਰ ਸਕਦਾ ਸੀ। ਸੁੰਦਰ ਪਦ ਅਰਬਿੰਦ ਨਿਹਾਰਾ। ਉਸਨੇ ਦੇਖਿਆ ਬਾਬਾ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪੈਰ ਦੇ ਅੰਦਰ ਇੱਕ ਪਦਮ ਹੈ। ਪਦਮ ਦਾ ਕੀ ਅਰਥ ਹੁੰਦਾ ਹੈ? ਸੂਰਿਆ ਦੇ ਨਿਸ਼ਾਨ ਦੀਆਂ ਕਿਰਨਾਂ ਪੈਰ ਦੇ ਪਿੱਛੋਂ ਦਾ ਇੱਕ ਚਿੰਨ੍ਹ ਬਣਿਆ ਹੁੰਦਾ ਹੈ। ਜਾਂ ਉਹ ਚੱਕਰਵਰਤੀ ਰਾਜਿਆਂ ਦੇ ਹੱਥ 'ਚ ਹੁੰਦਾ, ਜਾਂ ਪੈਰਾਂ 'ਚ ਹੁੰਦਾ, ਜਾਂ ਮਸਤਕ ਤੇ ਹੁੰਦਾ। ਜਦੋਂ ਗੁਰੂ ਅਮਰਦਾਸ ਮਹਾਰਾਜ ਲੰਮੇ ਪਏ ਸਨ, ਦੁਰਗਾ ਨਾਮਕ ਪੰਡਤ ਨੇ ਦੇਖਿਆ ਵੀ ਬਾਬਾ ਅਮਰਦਾਸ ਦੇ ਪੈਰ 'ਚ ਉਹ ਇੱਕ ਪਦਮ ਜਿਹੜਾ ਹੈ, ਪਦਮ ਦਾ ਨਿਸ਼ਾਨ ਉਹ ਚਮਕਦਾ ਹੈ। ਬਈ ਉਸ ਦਾ ਅਰਥ ਹੈ ਕਿ ਬਾਬਾ ਅਮਰਦਾਸ ਜੀ ਕੋਈ ਚੱਕਰਵਰਤੀ ਰਾਜੇ ਬਣਨਗੇ, ਜਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਇਹਨਾਂ ਤੇ, ਇਹਨਾਂ ਨੂੰ ਕੋਈ ਅਗੰਮੀ ਜੋਤ ਪ੍ਰਾਪਤ ਹੋਵੇਗੀ। ਇਹ ਕੋਈ ਸਾਧਾਰਨ ਲੱਛਣ ਨਹੀਂ ਨੇ ਪੈਰ ਤੇ ਪਦਮ ਦੇ ਨਿਸ਼ਾਨ ਹੋਣਾ। ਜਿਨ ਕੇ ਹੁਤੋ ਸੁਪਦਮ ਆਕਾਰਾ। ਜਿਨ੍ਹਾਂ ਦੇ ਪੈਰਾਂ ਦੇ ਅੰਦਰ ਪਦਮ ਦਾ ਨਿਸ਼ਾਨ ਹੋਵੇ, ਮੇਰੀ ਜੋਤਿਸ਼ ਵਿਦਿਆ ਬੋਲਦੀ ਹੈ। ਦਿਖਿਓ ਦੂਰ ਤੇ ਪੁਨ ਢਿਗ ਆਇਓ। ਉਸਨੇ ਧਿਆਨ ਦੇ ਨਾਲ ਉਹ ਪਦਮ ਦੇਖਿਆ, ਕਿਉਂਕਿ ਸਾਰਿਆਂ ਦੇ ਪੈਰ 'ਚ ਤਾਂ ਹੱਥਾਂ 'ਚ ਪਦਮ ਨਹੀਂ ਹੁੰਦੇ। ਕਿਸੇ ਦੇ ਅੰਦਰ ਜੋਤਿਸ਼ ਵਿਦਿਆ 'ਚ ਗੱਲ ਪੜ੍ਹੀ ਸੀਗੀ, ਉਹ ਪੜ੍ਹੀ ਗੱਲ ਜਦੋਂ ਪ੍ਰੈਕਟੀਕਲ ਦੇਖੀ ਤਾਂ ਗੱਲ ਪਰਖਣ ਦੇ ਲਈ ਦੁਰਗਾ ਨਾਮਕ ਪੰਡਤ ਬਾਬਾ ਅਮਰਦਾਸ ਦੇ ਨੇੜੇ ਹੋਏ। ਨੀਕੀ ਰੀਤ ਬਹੁਰ ਦਰਸਾਇਓ। ਜਦੋਂ ਧਿਆਨ ਦੇ ਨਾਲ ਦੇਖਿਆ ਕਿ ਇਹ ਪਦਮ ਦਾ ਤਾਂ ਉਹੀ ਨਿਸ਼ਾਨ ਹੈ। ਹਿਰਦੇ ਵਿਚਾਰ ਹੈ ਤਰਕ ਅਨੇਕਾ। ਹਿਰਦੇ ਦੇ ਅੰਦਰ ਤਰਕ ਆ ਗਈ। ਇਹ ਉਤਮ ਲਛਨ ਪਗ ਏਕਾ। ਕਹਿੰਦੇ ਇਹ ਕੋਈ ਚੱਕਰਵਰਤੀ ਰਾਜਾ ਬਣੇਗਾ। ਸ੍ਰੀਪਤ ਵਿਸ਼ਨ ਪਏ ਅਵਤਾਰਾ। ਇਹ ਤੇ ਵਿਸ਼ਨੂੰ ਦੇ ਪੈਰ ਦੇ ਅੰਦਰ ਪਦਮ ਦਾ ਨਿਸ਼ਾਨ ਪੜਿਆ ਗ੍ਰੰਥਾਂ 'ਚ, ਅੱਜ ਪਹਿਲੀ ਵਾਰੀ ਮੈਂ ਦੇਖਿਆ ਹੈ ਆਪਣੇ ਜੀਵਨ ਦੇ ਅੰਦਰ। ਕਿਧੋਂ ਚੱਕਰਵਰਤੀ ਨਿਰਪਾਰਾ। ਇਹ ਤਾਂ ਕੋਈ ਚੱਕਰਵਰਤੀ ਰਾਜਾ ਹੋਵੇਗਾ। ਚੱਕਰਵਰਤੀ ਰਾਜਾ ਕੌਣ ਹੁੰਦਾ? ਜਿਹੜਾ 9 ਦੀਪ ਦੇ 9 ਦੀਪਾਂ ਨੂੰ ਜਿੱਤ ਲਵੇ, ਪੂਰੀ ਧਰਤੀ ਦਾ ਚੱਕਰ ਲਗਾ ਕੇ ਉਸ ਦੇ ਉੱਤੋਂ ਉਹਨੂੰ ਕੋਈ ਹਰਾ ਨਾ ਸਕੇ। ਇਹ ਕੋਈ ਸਾਧਾਰਨ ਵਿਅਕਤੀ ਨਹੀਂ ਹੈ ਅਮਰਦਾਸ। ਇਨ ਦੋ ਇਨ ਬਿਨ ਅਪਰ ਨ ਕੋ। ਬਾਬਾ ਅਮਰਦਾਸ ਜਾਂ ਤਾਂ ਚੱਕਰਵਰਤੀ ਰਾਜਾ ਹੈ, ਜਾਂ ਕੋਈ ਅਵਤਾਰੀ ਪੁਰਸ਼ ਹੈ। ਇਹਨਾਂ ਦੇ ਪੈਰਾਂ ਦੇ ਅੰਦਰ ਜੋ ਪਦਮ ਹੈ ਉਹ ਇਸ ਗੱਲ ਦਾ ਪ੍ਰਤੀਕ ਨਿਸ਼ਾਨਾ ਹੈ। ਗੁਰੂ ਅਮਰਦਾਸ ਮਹਾਰਾਜ ਇੱਕ ਦਿਨ ਕੋਈ ਅਕਾਲ ਪੁਰਖ ਵਾਹਿਗੁਰੂ ਦੀ ਵੱਡੀ ਬਖਸ਼ਿਸ਼ ਪ੍ਰਾਪਤ ਕਰਨਗੇ। ਪਦਮ ਰੇਖ ਇਮਤਾਰ ਹੈ ਦੋ। ਬਾਬਾ ਅਮਰਦਾਸ ਜੀ ਦੇ ਪੈਰਾਂ ਦੀ ਪਦਮ ਦੀ ਰੇਖਾ ਮੇਰੀ ਜੋਤਿਸ਼ ਵਿਦਿਆ ਨੂੰ ਵੀ ਅੱਜ ਨਿਪੁੰਨਤਾ ਦੇ ਸਿਖਰ ਵੱਲ ਪ੍ਰਮਾਣਿਤ ਕਰ ਰਹੀ ਹੈ। ਓਡੇ ਸੁਪਤ ਰਹੇ ਤਹ ਜਾਵ। ਬਾਬਾ ਅਮਰਦਾਸ ਜੀ ਸਹਿਜ ਸੁਭਾਏ ਸੋ ਰਹੇ ਸਨ। ਉਹਨਾਂ ਨੂੰ ਪਤਾ ਨਹੀਂ, ਪਰ ਦੁਰਗਾ ਪੰਡਤ ਇੱਕ ਆਪਣੇ ਹਿਰਦੇ ਦੇ ਅੰਦਰ ਪੂਰੀ ਕਹਾਣੀ ਤਿਆਰ ਕਰੀ ਬੈਠਾ। ਰਹਿਓ ਵਿਚਾਰਤ ਦਿਜਬਰ ਭਾਵਦ। ਜਦੋਂ ਦਿਜਬਰ ਨੇ ਇਹ ਸਾਰੀ ਗੱਲ ਨੂੰ ਵਿਚਾਰਿਆ, ਨਿਸ਼ਾਨੀ ਛੰਦ ਜਾਗ ਉਠੇ ਸ਼੍ਰੀ ਅਮਰ ਜੀ ਚਲਬੇ ਕਰ ਤਿਆਰੀ। ਬਾਬਾ ਅਮਰਦਾਸ ਜੀ ਤਿਆਰ ਹੋਣ ਲਈ ਉੱਠ ਖੜੇ ਹੋਏ, ਕਿਉਂਕਿ ਗੰਗਾ ਯਾਤਰਾ ਦੇ ਲਈ ਵਾਪਸ ਆਪਣੇ ਘਰ ਵੱਲ ਜਾ ਰਹੇ ਸਨ। ਗੰਗਾ ਯਾਤਰਾ 19ਵੀਂ ਵਾਰੀ ਪੂਰੀ ਕਰਕੇ ਵਾਪਸ ਜਾ ਰਹੇ ਸਨ। ਜਾਗ ਖੁੱਲ ਪਈ। ਵਿਪਰ ਨਿਕਟ ਬੈਠਤ ਪਿਓ ਦੇਖਤ ਹਿਤ ਧਾਰੀ। ਜਿਸ ਤਰ੍ਹਾਂ ਹੀ ਉਸ ਪੰਡਤ ਦੇ ਨੇੜੇ ਜਾ ਕੇ ਬੈਠੇ, ਦੇਖਿਆ ਪੰਡਤ ਜਿਹੜਾ ਸੀਗਾ ਨਾ, ਉਹ ਪੰਡਤ ਬਾਬਾ ਅਮਰਦਾਸ ਮਹਾਰਾਜ ਜੀ ਨੂੰ ਦੇਖੀ ਜਾਵੇ। ਤੇ ਬਾਬਾ ਜੀ ਨੇ ਸੋਚਿਆ, ਬਾਬਾ ਅਮਰਦਾਸ ਜੀ ਨੇ, ਕਿਉਂਕਿ ਪੰਡਤ ਅਕਸਰ ਦਾਨ ਦਕਸ਼ਣਾ ਭਾਲਦੇ ਨੇ, ਤੇ ਬਾਬਾ ਅਮਰਦਾਸ ਜੀ ਨੇ ਖੀਸੇ 'ਚ ਹੱਥ ਪਾ ਲਿਆ ਬਈ ਇਸ ਨੂੰ ਕੋਈ ਦਾਨ ਦਕਸ਼ਣਾ ਦਈਏ। ਲੱਗੇ ਦੇਨ ਤਬ ਦਛਨਾ ਦਿਜ ਜੂ ਇਹ ਲੀਜਾ। ਕਹਿੰਦੇ ਪੰਡਤ ਜੀ ਸ਼ਾਇਦ ਸੋਚਦੇ ਨੇ ਵੀ ਕੁਝ ਕੁ ਘੜੀ ਇਹਨਾਂ ਦੇ ਸਥਾਨ ਤੇ ਆਰਾਮ ਕੀਤਾ ਜਾਂ ਇਹਨਾਂ ਦੇ ਦਰਸ਼ਨ ਹੋਏ ਨੇ। ਪੰਡਤਾਂ ਨੂੰ ਅਕਸਰ ਹੁੰਦਾ ਵੀ ਕੁਝ ਦਾਨ ਦਕਸ਼ਣਾ ਲਈਏ। ਬਾਬਾ ਅਮਰਦਾਸ ਜੀ ਨੇ ਖੀਸੇ 'ਚ ਹੱਥ ਪਾ ਕੇ ਕੁਝ ਕੁ ਸ਼ਰਫੀਆਂ ਕੱਢੀਆਂ। ਸਾਧ ਸਾਧ ਤੁਝ ਕੋ ਹੈ ਇਮਹੀ ਨਿਤ ਕੀਜੈ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਬਾਬਾ ਅਮਰਦਾਸ ਜੀ ਨੇ ਕਿਹਾ, ਸਾਧੋ ਸਾਧੋ। ਕਹਿੰਦੇ ਧੰਨੋ ਤੁਸੀਂ, ਧੰਨੋ ਤੁਸੀਂ। ਕਹਿੰਦੇ ਅਸੀਂ ਤੁਹਾਡੇ ਤੋਂ ਇਹ ਦਕਸ਼ਣਾ ਨਹੀਂ ਲੈਣੀ। ਉਤਰਹਿ ਸੰਗੀ ਗੰਗ ਕੇ ਪਾਵੈ ਬਿਸਰਾਮਾ। ਆਹਾ, ਕਹਿੰਦੇ ਤੁਸੀਂ ਸਾਡੇ ਨਾਲ ਗੰਗਾ ਤੋਂ ਉਧਰੋਂ ਯਾਤਰਾ ਕਰਦੇ ਆਏ ਹੋ, ਸਾਨੂੰ ਤਾਂ ਹੁਣ ਪਤਾ ਲੱਗਿਆ ਹੈ। ਪਾਵਨ ਕੋ ਪਾਵਨ ਕਰਹਿ ਪਾਵਨ ਹੋਏ ਧਾਮਾ। ਆਹਾ ਖਾਲਸਾ ਜੀ, ਇਸ ਨੂੰ ਕਹਿੰਦੇ ਨੇ ਉਪਮਾ ਅਲੰਕਾਰ। ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਪਾਵਨ ਸ਼ਬਦ ਨੂੰ ਹੀ 3 ਵਾਰੀ ਅਰਥ ਕਰ ਦਿੱਤੇ ਨੇ। ਦੁਬਾਰਾ ਪੜੋ। ਪਾਵਨ ਕੋ ਪਾਵਨ ਕਰਹਿ। ਪਾਵਨ ਕੋ ਪਾਵਨ ਕਰੈ। ਤੁਸੀਂ ਆਪਣੇ ਚਰਨਾਂ ਨੂੰ ਇਸ ਧਰਤੀ ਦੇ ਉੱਤੇ ਪਾ ਕੇ, ਪਾਵਨ ਪੈਰਾਂ ਨੂੰ ਇਸ ਧਰਤੀ ਦੇ ਉੱਤੇ ਪਾ ਕੇ ਪਾਵਨ ਕਰ ਦਿੱਤਾ ਹੈ। ਪਾਵਨ ਹੋਏ ਧਾਮਾ। ਤੇ ਮੇਰਾ ਜਿਹੜਾ ਘਰ ਹੈ
ਉਹ ਆਪ ਜੀ ਦੇ ਚਰਨ ਪੈਣ ਦੇ ਨਾਲ, ਪਾਵਨ ਦਾ ਇੱਕ ਅਰਥ ਪੈਰ, ਦੂਸਰਾ ਅਰਥ ਪਵਿੱਤਰ, ਤੀਸਰਾ ਅਰਥ ਹੈ ਪੈਣ ਦੇ ਨਾਲ। ਤਿੰਨੋਂ ਪਾਵਨ ਸ਼ਬਦਾਂ ਨੂੰ ਕਵੀਰਾਜ ਭਾਈ ਸੰਤੋਖ ਸਿੰਘ ਨੇ ਇੱਕੋ ਪੰਕਤੀ 'ਚ ਲਿਖਿਆ। ਖਾਲਸਾ ਜੀ, ਇਹ ਇੱਕ ਕਵੀ ਦੀ ਵਿਸ਼ੇਸ਼ਤਾ ਹੁੰਦੀ ਹੈ, ਘੱਟ ਅਕਸ਼ਰਾਂ ਦੇ ਅੰਦਰ ਵੱਡੀ ਗੱਲ ਨੂੰ ਕਹਿਣਾ, ਉਸ ਦੇ ਨਾਲ ਉਸ ਕਵੀ ਦੀ ਵਿਦਵਤਾ ਦਾ ਪਤਾ ਲੱਗਦਾ। ਕਵੀਰਾਜ ਭਾਈ ਸੰਤੋਖ ਸਿੰਘ ਜੀ ਦੇ ਅੰਦਰ ਨਿਪੁੰਨ ਨੇ। ਕਿਹਾ ਤੁਸੀਂ ਆਪਣੇ ਪਾਵਨ ਪਵਿੱਤਰ ਚਰਨ, ਪਾਵਨ ਪਵਿੱਤਰ ਮੇਰਾ ਘਰ ਜਿਹੜਾ ਪਵਿੱਤਰ ਕਰ ਦਿੱਤਾ, ਆਪਣੇ ਚਰਨ ਪਾ ਕੇ। ਵਿਪਰਦੀਨ ਬਨ ਬਿਨੈ ਪਨ ਮੈਂ ਅਬ ਨਹਿ ਲਿਉ। ਕਹਿੰਦਾ ਮੈਂ ਤੁਹਾਡੇ ਤੋਂ ਇਹ ਦਾਨ ਦਕਸ਼ਨਾ ਨਹੀਂ ਲੈਣੀ। ਅੱਗੋਂ ਬਾਬਾ ਅਮਰਦਾਸ ਜੀ ਸੋਚਦੇ ਸ਼ਾਇਦ ਅਸੀਂ ਘੱਟ ਦੇ ਦਿੱਤੀ, ਕਿਉਂਕਿ ਪੰਡਤ ਜੀ ਅਕਸਰ ਜ਼ਿਆਦਾ ਮੰਗਣੇ ਦੀ ਇੱਛਾ ਰੱਖਦੇ ਨੇ, ਜਿਹੜੇ ਜਜਮਾਨ ਹੁੰਦੇ ਨੇ ਉਹ ਘੱਟ ਦਿੰਦੇ ਨੇ। ਉਹਨਾਂ ਨੇ ਸੋਚਿਆ ਵੀ ਘੱਟ ਦਿੱਤੀ ਹੈ ਸ਼ਾਇਦ। ਅੱਗੋਂ ਬਾਬੇ ਅਮਰਦਾਸ ਕੇ ਕਿਹਾ, ਕਹਿੰਦੇ ਪੰਡਤ ਜੀ ਸਾਡੇ ਕੋਲ ਤਾਂ 5-7 ਕਿੱਲੇ ਜ਼ਮੀਨ ਹੈ, ਜੋ ਨਾਲ ਧਨ ਲੈ ਕੇ ਆਏ ਆ ਉਹ ਸਾਰਾ ਹੀ ਤੁਹਾਨੂੰ ਦੇਣ ਲੱਗੇ, ਸਾਡੇ ਕੋਲ ਹੋਰ ਜੇਬ 'ਚ ਨਹੀਂ, ਅਸੀਂ ਬਾਕੀ ਯਾਤਰਾ ਇੱਧਰਾਂ ਹੀ ਘੱਟ ਲਵਾਂਗੇ। ਉਹ ਕਹਿੰਦੇ ਨਹੀਂ ਮਹਾਰਾਜ, ਮੈਂ ਤੁਹਾਡੇ ਤੋਂ ਅਸ਼ਰਫੀਆਂ ਦੀ ਇੱਛਾ ਨਹੀਂ ਰੱਖਦਾ। ਜਬ ਸਮਰੱਥ ਹੋਵਹੁ ਮਹਾ ਤਬ ਲੈਨ ਕਰਿਉ। ਬਾਬਾ ਜੀ ਜਦੋਂ ਤੁਸੀਂ ਸਮਰੱਥ ਹੋਵੋਗੇ ਨਾ, ਸਮਰੱਥ ਬਣੋਗੇ, ਤਦੋਂ ਲੈਣਾ। ਖਾਲਸਾ ਜੀ, ਮੰਗਣਾ ਵੀ ਕਈਆਂ ਨੂੰ ਨਹੀਂ ਆਉਂਦਾ, ਕਈ ਛੇਤੀ ਦੇਣੀ ਗੁਰੂ ਤੋਂ ਬਹੁਤ ਕੁਝ ਮੰਗਣਾ ਚਾਹੁੰਦੇ ਨੇ, ਅੱਜੇ ਮਿਲ ਜੇ। ਪਰ ਗੁਰੂ ਪਾਤਸ਼ਾਹ ਮਹਾਰਾਜ ਨੇ ਕਈ ਵਾਰੀ ਵੱਡੀ ਬਖਸ਼ਿਸ਼ਾਂ ਦੇਣੀਆਂ ਹੁੰਦੀਆਂ, ਤੇਰੀ ਛੋਟੀ ਮੰਗ ਕਰਕੇ ਉਹ ਬਖਸ਼ਿਸ਼ ਦੀ ਦਾਤ ਤੋਂ ਤੂੰ ਵਾਂਝਾ ਰਹਿ ਜਾਂਦਾ। ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਜੀ ਨੂੰ ਉਹ ਪੰਡਤ ਕਹਿਣ ਲੱਗਾ, ਨਹੀਂ ਮਹਾਰਾਜ, ਤੁਹਾਡੇ ਤੋਂ ਮੈਂ ਕੋਈ ਵੱਡੀ ਦਾਤ ਲੈਣੀ ਹੈ, ਅੱਜ ਇਹ ਸ਼ਰਫੀਆਂ ਨਹੀਂ ਲੈਣੀਆਂ। ਅਬ ਮੁਝ ਸੋ ਕਹਿ ਦੀਜੀਏ ਹੈ ਬਾਂਛਤ ਹਮਦਾ ਹੈ। ਕਹਿੰਦੇ ਤੁਸੀਂ ਇੱਕ ਚੱਕਰਵਰਤੀ ਰਾਜੇ ਬਣੋਗੇ, ਅਕਾਲ ਪੁਰਖ ਵਾਹਿਗੁਰੂ ਦੀ ਜਾਂ ਤਾਂ ਜੋਤ ਤੁਹਾਡੇ ਹੀ ਟਿਕੇਗੀ, ਤੁਸੀਂ ਅਵਤਾਰੀ ਪੁਰਸ਼ ਬਣੋਗੇ, ਜਾਂ ਤੁਸੀਂ ਕੋਈ ਚੱਕਰਵਰਤੀ ਰਾਜੇ ਬਣੋਗੇ। ਤਦੋਂ ਮੈਂ ਤੁਹਾਡੇ ਤੋਂ ਇੱਕ ਵਾਰ ਮੰਗਣ ਆਵਾਂਗਾ, ਉਹ ਵਰ ਮੇਰਾ ਪੂਰਾ ਕਰ ਦਿਓ। ਅਬ ਚੇਤੋ ਇਸ ਸਮੇਂ ਕੋ ਹਮ ਆਨ ਮਿਲਾ ਹੈ। ਕਹਿੰਦੇ ਤਦ ਤੁਸੀਂ ਇਹ ਸਮਾਂ ਯਾਦ ਰੱਖਿਓ ਬਸ, ਕਿ ਮੈਂ ਤੁਹਾਨੂੰ ਇੱਕ ਵਾਰ ਉਧਾਰਾ ਰੱਖਿਆ ਤੁਹਾਡੇ ਕੋਲ, ਤਦੋਂ ਲਵਾਂਗਾ। ਸੁਨ ਸ਼੍ਰੀ ਅਮਰ ਬਖਾਨਿਓ ਕੈਸੇ ਤੁਬ ਜਾਨੀ। ਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਤੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਅਸੀਂ ਚੱਕਰਵਰਤੀ ਰਾਜੇ ਬਣਾਂਗੇ ਜਾਂ ਸਾਡੇ 'ਚ ਵਾਹਿਗੁਰੂ ਦੀ ਜੋਤ ਟਿਕੇਗੀ। ਕੈਸੇ ਐਸ਼ਵਰਜ ਹੋਏ ਹੈ ਕਰ ਸਕਲ ਬਖਾਨੀ। ਅਸੀਂ ਕਿਵੇਂ ਚੱਕਰਵਰਤੀ ਰਾਜੇ ਹੋਵਾਂਗੇ, ਸਾਡੇ ਕੋਲ ਕਿਵੇਂ ਧਨ ਹੋਏਗਾ, ਤੁਸੀਂ ਕਿਸ ਤਰ੍ਹਾਂ ਅਨੁਮਾਨ ਲਗਾਇਆ ਦੁਰਗਾ ਜੀ। ਦਿਜ ਭਾਖਿਓ ਤੁਮ ਪਦ ਪਦਮ ਪਦਮਾਪਤ ਜੈਸੇ। ਪੰਡਤ ਬੋਲਿਆ ਮਹਾਰਾਜ ਤੁਹਾਡੇ ਪੈਰਾਂ 'ਚ ਪਦਮ ਹੈ, ਜੋ ਕਿ ਹੈ ਘੋਸ਼ਿਤ ਕਰਦਾ ਹੈ ਕਿ ਤੁਸੀਂ ਸਾਧਾਰਨ ਵਿਅਕਤੀ ਨਹੀਂ। ਅਤ ਉਤਮ ਲਛਣ ਇਹੀ ਫਲ ਕਯੋ ਨ ਕੈਸੇ। ਪਰ ਇਹ ਉੱਤਮ ਵਿਅਕਤੀ ਦੇ ਲੱਛਣ ਨੇ, ਪਰ ਇਹ ਹੁਣੇ ਨਹੀਂ ਪ੍ਰਗਟ ਹੋਣਗੇ, ਸਮੇਂ ਦੇ ਨਾਲ ਇਹ ਪ੍ਰਗਟ ਹੋਣਗੇ। ਜਦੋਂ ਪ੍ਰਗਟ ਹੋਣਗੇ ਸਾਰਾ ਸੰਸਾਰ ਤੁਹਾਡੇ ਚਰਨਾਂ ਤੇ ਝੁਕ ਜਾਏਗਾ। ਤੋ ਅਗਾਰੀ ਹੋਏ ਗੋ ਪ੍ਰਭ ਜੋਤ ਮਿਲਾ ਹੈ। ਤੁਹਾਡੇ ਅੰਦਰ ਪ੍ਰਭੂ ਦੀ ਜੋਤ ਆ ਕੇ ਹਿਰਦੇ 'ਚ ਟਿਕ ਜਾਵੇਗੀ, ਪੂਰਾ ਸੰਸਾਰ ਤੁਹਾਡੇ ਚਰਨਾਂ 'ਚ ਝੁਕ ਜਾਵੇਗਾ। ਖਾਲਸਾ ਜੀ ਭੱਟਾ ਨੇ ਲਿਖਿਆ ਨਾ, ਚਰਨ ਤਾਂ ਪਰ ਸਕਯਥ ਚਰਨ ਗੁਰੂ ਅਮਰ ਪਵਲ ਰਹਿ, ਹੱਥ ਤਾਂ ਪਰ ਸਕਯਥ ਹੱਥ ਗੁਰੂ ਅਮਰ ਚਰਨ ਪੈ। ਜੀਹ ਤਾਂ ਸਕਯਥ ਜੀਹ ਗੁਰੂ ਅਮਰ ਭਣੀਜੈ, ਨੈਣ ਤਾਂ ਪਰ ਸਕਯਥ ਨੈਣ ਗੁਰੂ ਅਮਰ ਪਖੀਜੈ। ਸ਼ਰਵਣ ਤਾਂ ਪਰ ਸਕਯਥ ਸ਼ਰਵਣ ਗੁਰੂ ਅਮਰ ਸੁਣੀਜੈ। ਸੋ ਸਿਰ ਸਕਯਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰਦਾਸ ਨਿਜ ਜਗਤ ਪਿਤ। ਕਹਿੰਦੇ ਧਨ ਨੇ ਉਹ ਨੇਤਰ, ਧਨ ਨੇ ਉਹ ਸਰਵਣ, ਧਨ ਨੇ ਉਹ ਮੱਥਾ, ਧਨ ਧਨ ਹੈ ਉਹ ਹਿਰਦਾ, ਧਨ ਸੋ ਹਿਓ ਜਿਤ ਹੀਐ ਬਸੈ ਗੁਰੂ ਅਮਰਦਾਸ ਨਿਜ ਜਗਤ ਪਿਤ। ਕਹਿੰਦੇ ਉਹ ਹਿਰਦਾ ਵੀ ਧਨ ਹੈ ਜਿਸ ਦੇ ਹਿਰਦੇ ਦੇ ਅੰਦਰ ਗੁਰੂ ਅਮਰਦਾਸ ਦਾ ਵਾਸਾ ਹੋ ਜਾਂਦਾ। ਖਾਲਸਾ ਜੀ ਪੂਰੇ ਸੰਸਾਰ ਨੇ ਗੁਰੂ ਅਮਰਦਾਸ ਮਹਾਰਾਜ ਅੱਗੇ ਝੁਕਣਾ ਹੈ। 22 ਸਾਲ ਗੁਰਤਾ ਗੱਦੀ ਤੇ ਬੈਠਣਾ ਹੈ ਤੇ 22 ਸਾਲ ਜਾਮਾ ਨੇ ਗੋਇੰਦਵਾਲ ਨਹੀਂ ਆਉਣਾ। ਹਿੰਦੁਸਤਾਨ ਦੇ ਤਖਤ ਤੇ ਬੈਠਣ ਵਾਲਾ ਅਕਬਰ ਵੀ ਆ ਕੇ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਝੁਕੇਗਾ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਚਿੱਤੌੜਗੜ੍ਹ ਦੇ ਕਿਲੇ ਫਤਿਹ ਕਰਾਣੇ ਨੇ, ਬੌਲੀ 84 ਵਾਲੀਆਂ ਦੇ ਟੱਕ ਲਵਾਉਣੇ ਨੇ। ਦੁਰਗਾ ਪੰਡਤ ਨੂੰ ਉਸਦੀ ਨਿਸ਼ਾਨੀ ਦਿਖੀ, ਉਹਦੀ ਜੋਤਿਸ਼ ਵਿਦਿਆ ਕੰਮ ਆਈ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਮਹਾਰਾਜ ਤੁਸੀਂ ਸਧਾਰਨ ਵਿਅਕਤੀ ਨਹੀਂ, ਵਰ ਤਦੇ ਲਵਾਂਗਾ ਜਦੋਂ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦੇ ਜਾਣੂ ਹੋ ਜਾਵੋਗੇ। ਚੱਕਰਵਰਤ ਰਾਜਾ ਕਿਧੋਂ ਕਿਸ ਕਾਲ ਬਨੈ ਹੈ। ਮੈਂ ਨਹੀਂ ਜਾਣਦਾ ਮਹਾਰਾਜ ਤੁਸੀਂ ਕੀ ਬਣੋਗੇ, ਪਰ ਤੁਹਾਡੇ ਪੈਰਾਂ ਦਾ ਪਦਮ ਮੇਰੀ ਵਿਦਿਆ ਬੋਲਦੀ ਹੈ,
ਤੁਹਾਨੂੰ ਬੜੇ ਸਿਖਰ ਤੇ ਲੈ ਜਾਵੇਗਾ। ਨਿਰਸੰਸੈ ਮਮ ਭਾਰਤਾ ਨਿਸ਼ਚੈ ਕਰ ਲੀਜੈ। ਮੇਰੀ ਜਿਹੜੀ ਵਾਰਤਾ ਹੈ ਉਹ ਤੁਸੀਂ ਹਿਰਦੇ ਦੇ ਅੰਦਰ ਯਾਦ ਰੱਖਿਓ, ਤੁਸੀਂ ਸਾਧਾਰਨ ਪੁਰਸ਼ ਨਹੀਂ। ਐਸ਼ਵਰਜ ਹੋਏ ਤਾ ਜਚ ਹੋ ਤਬ ਹੂੰ ਤੁਮ ਦੀਜੈ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਤੁਹਾਡੇ ਕੋਲ ਐਸ਼ਵਰਜ ਹੋਵੇਗਾ, ਧਨ ਆਵੇਗਾ, ਸੁਖ ਸੰਵਿਧਾਨ ਹੋਣਗੇ, ਤਦੋਂ ਤੁਸੀਂ ਦੇ ਦੇਣਾ। ਹਜੇ ਨਹੀਂ, ਮੈਨੂੰ ਕੁਝ ਕੁ ਮੋਹਰਾਂ ਦੀ ਇੱਛਾ ਨਹੀਂ। ਸੁਨ ਪ੍ਰਸੰਨ ਚਿਤ ਅਤ ਪਏ ਹੋ ਬਹੁ ਬਚ ਸਾਚਾ। ਸੱਚੇ ਪਾਤਸ਼ਾਹ ਮਹਾਰਾਜ ਹੱਸ ਕੇ ਕਿਹਾ, ਬਾਬਾ ਅਮਰਦਾਸ ਜੀ ਕਿਹਾ, ਪੰਡਤ ਜੀ 7 ਬਚਨ ਗੁਰੂ ਘਰ ਦੇ ਅੰਦਰ ਤਿੰਨੇ ਤੇ ਬਚਨ ਸਿੱਖੀ ਦੇ ਜਾਂਦੇ ਨੇ, ਭਲਾ ਜੀ, ਭੁੱਲੀ ਜੀ ਤੇ ਭਾਣਾ ਜੀ। ਜਿਹੜਾ ਵਿਅਕਤੀ ਤੋਂ ਗਲਤੀ ਹੋ ਜਾਵੇ ਉਹ ਬੋਲ ਦਵੇ ਜੀ ਭੁੱਲ ਗਏ ਜੀ, ਕੋਈ ਨਹੀਂ, ਮਾਫ ਕਰ ਦਿਓ। ਤੇ ਜਿਹੜਾ ਵਿਅਕਤੀ ਕੋਈ ਕੁਝ ਵੀ ਹੋ ਜਾਵੇ ਸੰਸਾਰ ਦੇ ਅੰਦਰ, ਉਹ ਭਾਣੇ ਨੂੰ ਮੰਨ ਲਵੇ ਕਿ ਆ ਪ੍ਰਭੂ ਦਾ ਭਾਣਾ ਹੈ, ਉਹਦਾ ਵੀ ਭਲਾ ਹੋ ਜਾਂਦਾ। ਤੇ ਅਗਲੀ ਗੱਲ, ਭਲਾ ਜੀ, ਜੋ ਕੁਝ ਵੀ ਸੰਸਾਰ ਤੇ ਹੋ ਰਿਹਾ ਉਹ ਭਲਾ ਹੀ ਹੋ ਰਿਹਾ। ਜਿਹੜਾ ਤਿੰਨੇ ਗੱਲਾਂ ਨੂੰ ਬੱਝ ਲੈਂਦਾ ਹਿਰਦੇ ਦੇ ਨਾਲ, ਉਸ ਨੂੰ ਗੁਰੂ ਘਰ ਦੇ ਅੰਦਰੋਂ ਬਖਸ਼ਿਸ਼ਾਂ ਉਹ ਮਿਲਦੀਆਂ, ਸਾਰਾ ਸੰਸਾਰ ਦੇਖਦਾ ਰਹਿ ਜਾਂਦਾ ਵੀ ਇਹ ਤਾਂ ਸਾਡੇ ਨਾਲ ਹੀ ਬੈਠਦਾ ਹੁੰਦਾ ਸੀ, ਬਈ ਬੜੀ ਯਾਰ ਤੇ ਐਸ਼ਵਰਜ ਉਤਰਿਆ, ਬੜਾ ਇਸ ਤੇ ਮਾਣ ਉਤਰਿਆ ਗੁਰੂ ਦਾ। ਸੋ ਖਾਲਸਾ ਜੀ, ਜਿਸ ਦੇ ਉੱਤੇ ਗੁਰੂ ਬਖਸ਼ਿਸ਼ ਕਰਦਾ, ਸਾਰਿਆਂ ਤੇ ਨਹੀਂ ਹੁੰਦੀ, ਕਿ ਜਿਨ੍ਹਾਂ ਤੇ ਹੁੰਦੀ ਹੈ, ਜਦੋਂ ਪ੍ਰਮਾਤਮਾ ਨਜ਼ਰ ਕਰਦਾ ਹੈ ਫਿਰ ਉਹ ਸਾਰੀ ਰੜਕਾਂ ਕੱਢ ਦਿੰਦਾ। ਪ੍ਰਮਾਤਮਾ ਦੀ ਨਜ਼ਰ ਸਾਰੀ ਰੜਕਾਂ ਕੱਢ ਦਿੰਦੀ ਹੈ। ਬਾਬਾ ਅਮਰਦਾਸ ਸੱਚੇ ਪਾਤਸ਼ਾਹ ਨੂੰ ਦੁਰਗਾ ਪੰਡਤ ਕਹਿੰਦਾ, ਮਹਾਰਾਜ ਬਚਨ ਦਓਗੇ? ਮਹਾਰਾਜ ਕਹਿੰਦੇ 7 ਬਚਨ। ਤਦੋਂ ਤੁਹਾਨੂੰ ਅਸੀਂ ਉਹ ਬਚਨ ਦਵਾਂਗੇ ਜੋ ਤੁਸੀਂ ਕਹਿੰਦੇ ਹੋ, ਪਰ ਹਜੇ ਨਹੀਂ ਤੁਹਾਡੀ ਗੱਲ ਸਾਨੂੰ ਸਮਝ ਆ ਰਹੀ। ਮਿਲੋ ਹਮੈ ਤਬ ਆਨ ਕੈ ਲਿਹੁ ਜੋ ਕਰ ਜਾਚਾ। ਜੋ ਵੀ ਮੰਗੋਗੇ ਤਦ ਦੇ ਦੇਵਾਂਗੇ, ਇਹ ਅਸੀਂ ਤੁਹਾਨੂੰ ਬਚਨ ਕਰਦੇ ਹਾਂ। ਕਹਿ ਦਿਜ ਸੋ ਮਾਰਗ ਚਲੇ ਆਵਨ ਕੋ ਧਾਮਾ। ਇਸ ਪ੍ਰਕਾਰ ਫਿਰ ਦਿਜ ਨੇ ਜੋ ਕਿਹਾ ਬਚਨ, ਉਹ ਆਪਣੇ ਘਰ ਦੇ ਅੰਦਰ ਚਲੇ ਗਏ। ਸੱਚੇ ਪਾਤਸ਼ਾਹ ਬਾਬਾ ਅਮਰਦਾਸ ਜੀ ਉਧਰੋਂ ਆਪਣੇ ਘਰ ਬਾਸਰਕੇ ਨਗਰ ਚਲੇ ਗਏ, ਤੇ ਦੁਰਗਾ ਜਿਹੜਾ ਪੰਡਤ ਸੀਗਾ ਉਹ ਚਲਾ ਗਿਆ ਮਹਾਰਾਜ ਤੋਂ ਇੱਕ ਵਾਰ ਲੈ ਕੇ। ਅੱਗੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਿਸ ਤਰ੍ਹਾਂ ਪ੍ਰਸੰਗ ਦੱਸਣਗੇ, ਉਹ ਕੱਲ ਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ ਜੀ। हे गोबिंद हे गोपाल हे दयाल लाल, प्राणनाथ ना सखे दीन दर्द निवार। हे समरथ अगम पूर्ण मोहे मया धार, अंधकूप महाभयान नानक पार उतार। आए प्रभ शरणागति कृपा निध दयाल, एक अखर हर मन वस्त नानक होत निहाल। फाहे काटे मिटे गवन फतेह भई मन जीत, नानक गुर ते थित पाई फिर न मिटे नित नीत। वाहेगुरु जी का खालसा, वाहेगुरु जी की फतेह।